ਬਰਾੜ ਤੇ ਕਾਰਵਾਈ ਹੋਊ। ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ, ਉਹਦੇ ਖਿਲਾਫ ਤਾਂ ਕਾਰਵਾਈ ਹੋਏਗੀ। ਜਿਹੜਾ ਪਾਰਟੀ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਾਵੇਂ ਕੋਈ ਹੋਵੇ, ਭਾਵੇਂ ਵੱਡਾ ਭਾਵੇਂ ਕੋਈ ਛੋਟਾ ਹੈ, ਚਾਹੇ ਪ੍ਰਧਾਨ ਹੋਵੇ। ਬਾਦਲ ਵੱਡੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ? ਅਨੁਸ਼ਾਸਨੀ ਕਮੇਟੀ ਇੱਕਦਮ ਅਚਾਨਕ ਕੀ ਲੋੜ ਪੈ ਗਈ? ਅਕਾਲੀ ਦਲ ਯੂਨਾਈਟ ਹੈ। ਪਤਾ ਨਹੀਂ ਹੁਣ ਪੁਰਾਣਿਆਂ ਨੇ ਬੈਠੇ ਰਹਿਣਾ, ਨਵਿਆਂ ਨੂੰ ਥਾਂ ਹੀ ਨਹੀਂ ਦੇਣਾ। ਜਗਮੀਤ ਬਰਾੜ ਕਹਿੰਦੇ ਪ੍ਰਧਾਨ ਤੋਂ ਪਹਿਲ ਕਰ ਲਓ। ਇਹ 10 ਸਾਲ ਬਾਅਦ ਪ੍ਰਧਾਨ ਬਦਲ ਦੇਣਾ ਚਾਹੀਦਾ, 2 ਟਰਮਾਂ ਦੇਣੀਆਂ ਚਾਹੀਦੀਆਂ। ਇਹ ਵੀ ਜਿਹੜੀ ਉਹ ਕਮੇਟੀ ਦੀ ਰਿਪੋਰਟ ਦੇ ਵਿੱਚ ਹੀ ਹੈਗੀ। ਅੱਗੀ ਧੜਾ ਕਹਿ ਰਿਹਾ ਕਿ ਉਹ ਸਿਫਾਰਿਸ਼ ਮੰਨੀ ਨਹੀਂ ਜਾ ਰਹੀ। ਹੁਣ ਉੱਥੇ ਲਿਖਿਆ ਕੁਝ ਲੀਡਰਸ਼ਿਪ ਚੇਂਜ ਕੀਤੀ ਜਾਵੇ। ਕੁਝ ਤੋਂ ਭਾਵ ਕੁਝ ਦੇ ਵਿੱਚ ਤਾਂ ਮੈਂ ਵੀ ਹੋ ਸਕਦਾ। ਜੇ ਆਪਣਾ ਉਜਾਲੀ ਸਾਹਿਬ ਹੈ, ਚਾਹੇ ਬਰਾਲਾ ਸਾਹਿਬ ਹੈ, ਚਾਹੇ ਚੰਦੂ ਮਾਜਰਾ ਸਾਹਿਬ ਹੈ, ਉਹਨਾਂ ਨੇ ਕਿਹਾ ਹੋਵੇ ਸੁਖਬੀਰ ਬਾਦਲ ਪ੍ਰਧਾਨਗੀ ਛੱਡੇ। ਜਥੇਦਾਰ ਕਹਿੰਦੇ ਕਿ ਪੰਥਕ ਝੰਡਾ ਕਿਤੇ ਨਾ ਕਿਤੇ ਗਵਾਚ ਗਿਆ, ਪੰਥਕ ਝੰਡਾ ਚੱਕ ਲਓ, ਰਾਜ ਮਿਲ ਜੂਗਾ। ਨਾ ਪੰਥਕ ਝੰਡਾ ਗਾਇਬ ਹੋਇਆ, ਪੰਥਕ ਝੰਡਾ ਵੀ ਬੁਲੰਦ ਹੈ, ਸ੍ਰੀ ਸਾਹਿਬ ਵੀ ਬੁਲੰਦ ਹੈ, ਕੋਈ ਦੋਨੇ ਚੀਜ਼ਾਂ ਨਹੀਂ ਗਾਇਬ ਹੋਈਆਂ। ਪ੍ਰਧਾਨ ਵੀ ਬਦਲਣਾ ਚਾਹੀਦਾ ਹੈ, 3 ਕਾਰਜਕਾਰੀ ਪ੍ਰਧਾਨ ਹੋਣੇ ਚਾਹੀਦੇ ਆ। ਹਾਂ, ਇੱਛਾ ਜੇ ਕਿਸੇ ਦੇ ਮਨ ਦੇ ਵਿੱਚ ਹੋਵੇ, ਉਹਦਾ ਹੁਣ ਸਾਨੂੰ ਤਾਂ ਪਤਾ ਨਹੀਂ। ਜਦ ਤੱਕ ਕੋਈ ਬੰਦਾ ਖੁੱਲ੍ਹ ਕੇ ਦੱਸੇ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ। ਅਸੀਂ ਤਾਂ ਸਾਰਿਆਂ ਨੂੰ ਮੀਟਿੰਗ ਦੇ ਪੁੱਛਿਆ ਵਿੱਚ ਵੀ ਦੱਸੋ ਕੋਈ ਪ੍ਰਧਾਨ ਬਣਨਾ ਚਾਹੁੰਦਾ ਪਾਰਟੀ ਦਾ। ਪਰ ਜਿਹੜਾ ਇਹ ਗੱਲ ਕਹਿਣੀ ਕਿ ਫਲਾਣੇ ਨੂੰ ਫਲਾਣੇ ਥਾਂ ਬਣਾ ਦਿਓ, ਫਲਾਣੇ ਨੂੰ ਫਲਾਣੇ ਥਾਂ ਬਣਾ ਦਿਓ, ਉਹ ਗਲਤ ਹੁੰਦਾ। ਉਹ ਕਦੇ ਇੱਕ ਮੈਂ ਕਹਾਂ ਵੀ ਫਲਾਣੇ ਨੂੰ ਉਹ ਕਰ ਦਿਓ, ਇਹ ਨਹੀਂ ਹੁੰਦਾ। ਜੇ ਸੁਖਬੀਰ ਹੋਰਾਂ ਵੇਲੇ ਕੋਈ ਮੋਰਚਾ ਹੀ ਨਹੀਂ ਲੱਗਿਆ ਤੇ ਜਿਹੜਾ ਕਿਹੜੇ 'ਚ ਕੱਟ ਲੈਣ। ਸਾਡੇ ਵੇਲੇ ਮੋਰਚੇ ਲੱਗੇ ਸੀ, ਅਸੀਂ ਕੱਟ ਲਈਆਂ। ਸਿਕੰਦਰ ਸਿੰਘ ਮਲੂਕਾ ਹੀ ਕਿਹਾ ਕਰਦੇ ਸੀ ਕਿ ਪ੍ਰਧਾਨ ਤਾਂ ਲੇਟ ਉੱਠਦੇ ਨੇ, ਲੇਟ ਦਫ਼ਤਰ ਪਹੁੰਚਦੇ ਨੇ। ਪ੍ਰਧਾਨਗੀ ਤੇ ਹੋਣੀਆਂ ਲੜਾਈਆਂ ਮਾਮਲੇ ਨਾ ਰਹੇ ਵਟਾਂ ਦੇ। ਪ੍ਰਧਾਨਗੀ ਯੂਨੀਵਰਸਿਟੀ ਦੀ ਹੋਵੇ, ਪ੍ਰਧਾਨਗੀ ਪਾਰਟੀ ਦੀ ਹੋਵੇ, ਪ੍ਰਧਾਨਗੀ ਪਿੱਛੇ ਲੜਾਈਆਂ ਕਾਂਗਰਸ 'ਚ ਵੀ ਹੋਈਆਂ। ਕਦੇ ਬਾਜਵਾ ਵਰਸਸ ਕੈਪਟਨ ਰਿਹਾ, ਕਦੇ ਸਿੱਧੂ ਵਰਸਸ ਕੈਪਟਨ ਹੋਇਆ। ਕੀ ਹੁਣ ਅਕਾਲੀ ਦਲ 'ਚ ਬਾਦਲ ਵਰਸਸ ਕੋਈ ਹੋਰ ਹੋਣ ਜਾ ਰਿਹਾ? ਅਕਾਲੀ ਦਲ ਨੇ ਅਨੁਸ਼ਾਸਨੀ ਕਮੇਟੀ ਬਣਾਈ ਹੈ। ਸਾਡੇ ਨਾਲ ਅਨੁਸ਼ਾਸਨੀ ਕਮੇਟੀ ਦੇ ਚੇਅਰਪਰਸਨ ਸਿਕੰਦਰ ਸਿੰਘ ਮਲੂਕਾ ਜੀ ਨੇ। ਮਲੂਕਾ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ ਟੀਵੀ 'ਤੇ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਸਾਰਿਆਂ ਨੂੰ ਜੀ ਆਇਆਂ ਨੂੰ, ਮੇਰੇ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅਨੁਸ਼ਾਸਨੀ ਕਮੇਟੀ ਇੱਕਦਮ ਅਚਾਨਕ ਕੀ ਲੋੜ ਪੈ ਗਈ? ਨਹੀਂ, ਇਹ ਨਹੀਂ ਅਚਾਨਕ ਨਹੀਂ ਬਣੀ। ਕਈ ਵਾਰੀ ਤੁਸੀਂ ਜਾਂ ਤਾਂ ਸਾਰਾ ਪੜ੍ਹਦੇ ਨਹੀਂ ਜਾਂ ਭੁੱਲ ਜਾਂਦੇ ਆ, ਪਿਛਲਾ ਛੱਡ ਦਿੰਦੇ ਆ, ਗਾਂਹ ਵਾਲਾ ਪੜ੍ਹ ਲੈਂਦੇ ਆ। ਇਹ ਅਚਾਨਕ ਨਹੀਂ ਬਣੀ ਕੋਈ ਵੀ ਚੀਜ਼। ਜਿਹੜੀ ਆਪਾਂ ਇੱਕ ਕਮੇਟੀ ਬਣਾਈ ਸੀ, ਰਿਵਿਊ ਕਮੇਟੀ ਬਣਾਈ ਸੀ ਕਿ ਸਾਰਾ ਥੱਲੇ ਜਾ ਕੇ ਪਤਾ ਕਰੇ ਕਿ ਕਿੱਥੇ ਅਕਾਲੀ ਦਲ ਦੀ ਹਾਰ ਦਾ ਕਾਰਨ ਕੀ ਹੈ। ਜਿਹੜੀ ਝੁੰਦਾ ਕਮੇਟੀ ਸੀ, ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਹੀ ਸੀਗਾ ਕਿ ਅਨੁਸ਼ਾਸਨੀ ਕਮੇਟੀ ਬਣਾਈ ਜਾਊਗੀ, ਪਾਰਲੀਮੈਂਟਰੀ ਬੋਰਡ ਬਣਾਈ ਜਾਊਗਾ। ਸਾਰੇ 42 ਸੁਝਾਅ ਸੀ ਉਹਦੇ ਵਿੱਚ। ਇਹ ਉਸੇ ਵਿੱਚ ਹੀ ਸੀ, ਉਹਦੇ ਵਿੱਚ ਹੀ ਸੀ। ਸਾਰਾ ਢਾਂਚਾ ਭੰਗ ਕਰਨ ਦਾ ਸੀ, ਜਿਹੜਾ ਸੁਖਬੀਰ ਜੀ ਨੇ ਸਾਰਾ ਢਾਂਚਾ ਭੰਗ ਕੀਤਾ ਨਾ ਕੱਲ੍ਹ ਦਾ। ਉਹਦੇ ਵਿੱਚ ਪਹਿਲੀ ਸਿਫਾਰਿਸ਼ ਸੀ ਕਿ ਸਾਰਾ ਢਾਂਚਾ ਭੰਗ ਕਰਕੇ ਨਵਾਂ ਬਣਾਇਆ ਜਾਵੇ, ਅਨੁਸ਼ਾਸਨੀ ਕਮੇਟੀ ਬਣਾਈ ਜਾਵੇ, ਪਾਰਲੀਮੈਂਟਰੀ ਬੋਰਡ ਜਾਵੇ। ਹੋਰ ਵੀ ਜਿਹੜੀ 42 ਸੁਝਾਅ ਨੇ ਉਸ ਕਮੇਟੀ ਦੇ ਵਿੱਚ, ਉਹ ਤੋਂ ਪਾਸੇ ਕੁਝ ਵੀ ਨਹੀਂ ਹੈਗਾ। ਇਹ ਠੀਕ ਹੈ ਵੀ ਬਣਨ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦਾ। ਬੜੀ ਤੇ 6-7 ਦਿਨਾਂ ਦੀ ਪਈ ਸੀ। ਪ੍ਰਧਾਨ ਜੀ ਲੇਟ ਕਰਨ ਦੇ ਵਿੱਚ ਹੀ ਲੇਟ ਹੋ ਗਏ, ਕੁਦਰਤੀ ਸੰਯੋਗ, ਬਸ ਉਹ ਦੂਜੀ ਮੀਟਿੰਗ ਨਾਲ ਜੁੜ ਗਿਆ। ਕੋਈ ਮੀਟਿੰਗ ਨਾਲ ਇਹਦਾ ਕੋਈ ਤਲਕ ਨਹੀਂ ਹੈਗਾ ਇਸ ਕਮੇਟੀ ਦੇ, ਇਸ ਗੱਲ ਦਾ ਕੋਈ ਹੱਲ। 42 ਸੁਝਾਅ ਹੋਰ ਸੀਗੇ ਜਿਹੜੇ ਬਾਗੀ ਧੜਾ ਕਹਿ ਰਿਹਾ ਕਿ ਇੱਕ ਸੁਝਾਅ ਇਹ ਵੀ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਅਸਤੀਫਾ ਦੇ ਦੇਣ, ਸਾਰੀ ਜਿਹੜੀ ਲੀਡਰਸ਼ਿਪ ਆ ਉਹ ਅਸਤੀਫਾ ਦੇ ਦੇ। ਸਾਰੀ ਮੈਂ ਰਿਪੋਰਟ ਪੜ੍ਹੀ ਹੈ, ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ। ਕਿਤੇ ਵੀ ਨਹੀਂ ਲਿਖਿਆ ਬਈ ਪ੍ਰਧਾਨ ਅਸਤੀਫਾ ਦੇ ਵਿੱਚ ਜਾਂ ਪ੍ਰਧਾਨ ਬਦਲਿਆ ਜਾਊਗਾ, ਕਿਤੇ ਵੀ ਨਹੀਂ ਲਿਖਿਆ ਸਾਰੀ ਰਿਪੋਰਟ ਦੇ ਵਿੱਚ। ਜਿਹੜਾ ਵੀ ਕੋਈ ਬੰਦਾ ਇਹ ਕਹਿੰਦਾ ਹੈ, ਸਾਡੇ ਮੂੰਹ ਤੇ ਲਿਆਓ ਤੇ ਬੰਦਿਆਂ ਨੂੰ, ਤੁਸੀਂ ਉਹਨਾਂ ਨੂੰ ਮਿਲ ਲਓ ਜਿਨ੍ਹਾਂ ਨੇ ਬਣਾਈ ਹੈ ਰਿਪੋਰਟ। 13 ਬੰਦੇ ਉਹ ਨੇ, 13 ਬੰਦਿਆਂ 'ਚ ਕਦੇ ਕੋਈ ਗੱਲ ਲੁਕੀ ਨਹੀਂ ਰਹਿੰਦੀ ਹੁੰਦੀ ਤੇ ਕਾਪੀ ਸਾਡੇ ਕੋਲੇ ਹੈਗੀ ਹੈ। ਕਿਤੇ ਵੀ ਨਹੀਂ ਲਿਖਿਆ ਵੀ ਪ੍ਰਧਾਨ ਬਦਲਾਂਗੇ ਜਾਂ ਪ੍ਰਧਾਨ ਤੇ ਕੋਈ ਇਤਰਾਜ਼ ਹੈ, ਕਿਤੇ ਵੀ ਨਹੀਂ ਕਿਹਾ। ਜੇ ਮੀਟਿੰਗ ਵੀ ਹੋ ਗਈ ਕੋਰ ਕਮੇਟੀ ਦੀ, ਉਹਦੇ 'ਚ ਵੀ ਕਿਸੇ ਨੇ ਨਹੀਂ ਕਿਹਾ ਵੀ ਪ੍ਰਧਾਨ ਬਦਲੋ। ਜਿਨ੍ਹਾਂ ਨੂੰ ਪ੍ਰਧਾਨ ਤੇ ਇਤਰਾਜ਼ ਹੈ ਕਿ ਉਹਨਾਂ ਤੇ ਕਾਰਵਾਈ ਹੋਣ ਜਾ ਰਹੀ ਹੈ? ਨਹੀਂ, ਕਾਰਵਾਈ ਕਿਸੇ ਤੇ ਨਹੀਂ ਕੀਤੀ ਜਾ ਸਕਦੀ। ਵੇਖੋ, ਸਾਰੇ ਤਾਂ ਕਦੇ ਕਿਸੇ ਨੂੰ ਪਸੰਦ ਨਹੀਂ ਆਉਂਦੇ ਹੁੰਦੇ, ਕਦੇ ਵੀ ਦੁਨੀਆ ਦੇ ਵਿੱਚ। ਸ਼ਾਇਦ ਗੁਰੂਆਂ ਵੇਲੇ ਵੀ ਥੋੜ੍ਹੇ ਬਹੁਤੇ ਲੋਕੀ ਨਾਰਾਜ਼ ਤਾਂ ਰਹੇ, ਕੋਈ ਉਲਟ ਰਹੇ। ਗੁਰੂਆਂ ਨਾਲੋਂ ਤਾਂ ਵੱਡੀ ਚੀਜ਼ ਦੁਨੀਆ ਦੇ ਵਿੱਚ ਕੋਈ ਹੋ ਨਹੀਂ ਸਕਦੀ। ਗੁਰੂ ਤਾਂ ਗੁਰੂ ਹੀ ਹੁੰਦੇ ਨੇ। ਤੇ ਉਦੋਂ ਵੀ ਗੁੱਸੇ ਗਿੱਲੇ ਤਾਂ ਲੋਕਾਂ ਦੇ ਰਹੀ ਵਿੱਚ ਤੁਰੇ ਫਿਰਦੇ ਰਹਿੰਦੇ ਸੀਗੇ। ਸੋ ਚੱਲਦਾ ਰਹਿੰਦਾ ਇਹੋ ਜਿਹਾ ਗੱਲ। ਇਹ ਤਾਂ ਅਸੀਂ ਤਾਂ ਸਿਆਸੀ ਲੋਕ ਹਾਂ, ਇੱਥੇ ਤਾਂ ਹਾਂ ਨਿੱਕੀ ਨਿੱਕੀ ਗੱਲ ਦੇ ਉੱਤੇ ਮਤਭੇਦ ਹੋ ਜਾਂਦਾ ਹੁੰਦਾ। ਪਰ ਮੇਰੀ ਸਮਝ ਦੇ ਵਿੱਚ ਕੋਈ ਐਡੀ ਗੱਲ ਨਹੀਂ ਹੈਗੀ ਹੈ ਕੋਈ ਜਾਂ ਪ੍ਰਧਾਨ ਬਦਲਣ ਵਾਲੀ ਜਾਂ ਕੋਈ ਹੋਰ ਇਹੋ ਜਿਹੀ ਗੱਲ। ਹਾਂ, ਇੱਛਾ ਜੇ ਕਿਸੇ ਦੇ ਮਨ ਦੇ ਵਿੱਚ ਹੋਵੇ, ਉਹਦਾ ਹੁਣ ਸਾਨੂੰ ਤਾਂ ਪਤਾ ਨਹੀਂ। ਜਦ ਤੱਕ ਕੋਈ ਬੰਦਾ ਖੁੱਲ੍ਹ ਕੇ ਦੱਸੇ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ। ਅਸੀਂ ਤਾਂ ਸਾਰਿਆਂ ਨੂੰ ਮੀਟਿੰਗ ਦੇ ਪੁੱਛਿਆ ਵਿੱਚ ਵੀ ਦੱਸੋ ਕੋਈ ਪ੍ਰਧਾਨ ਬਣਨਾ ਚਾਹੁੰਦਾ ਪਾਰਟੀ ਦਾ। ਉਦੋਂ ਕਹਿੰਦੇ ਨਹੀਂ ਜੀ ਪ੍ਰੈਜ਼ੀਡੈਂਟ ਬਣਾ ਲਓ। ਪ੍ਰੈਜ਼ੀਡੈਂਟ ਕਿਵੇਂ ਚਲਾ ਲੂਗੀ ਕੰਮ? ਕੌਣ ਮੂਹਰੇ ਲੱਗ ਕੇ ਕੰਮ ਕਰੂਗਾ ਪ੍ਰੈਜ਼ੀਡੈਂਟ ਦੇ ਵਿੱਚ? ਕਿਵੇਂ ਕੰਮ ਚੱਲੂਗਾ? ਪ੍ਰਧਾਨ ਤੋਂ ਬਿਨਾਂ ਤਾਂ ਕਦੇ ਕੰਮ ਕੋਈ ਚੱਲਿਆ ਹੀ ਨਹੀਂ ਹੈਗਾ। ਟੱਬਰ ਦਾ ਆਪਣਾ ਇੱਕ ਮੁਖੀ ਨਾ ਹੋਵੇ, 4-5 ਮੁੰਡੇ ਹੁਣ ਸਾਰੇ ਕਹਿਣ ਅਸੀਂ ਸਾਰੇ ਚੌਧਰੀ ਹਾਂ, ਉਹ ਕਿਵੇਂ ਚੱਲ ਜੂਗਾ ਕੰਮ? ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਨੇ।
ਨਹੀਂ ਜਥੇਦਾਰ ਕਾਰਜਕਾਰੀ ਹੋ ਜਾ ਉਹ ਠੀਕ ਹੈ ਕਿ ਉੱਥੇ ਕਿਉਂਕਿ ਪੁਰਾਣਾ ਦੇ ਗਿਆ ਅਸਤੀਫਾ ਦੇ ਗਿਆ ਸੀ ਪਹਿਲਾਂ ਵਾਲਾ ਜਿਹੜਾ ਜਥੇਦਾਰ ਸੀ, ਨਵਾਂ ਆਪਣਾ ਕੋਲੇ ਚਾਰਜ ਦਿੱਤਾ ਵਾ ਉਹਨੂੰ, ਕਿਉਂਕਿ ਉਹ ਜਿਹੜਾ ਜਥੇਦਾਰ ਆ ਉਹ ਤਰਮੰਡੀ ਸਾਬੋ ਦਾ ਪੱਕਾ ਜਥੇਦਾਰ ਹੈ ਤੇ ਉਹਦੇ ਕਰਕੇ ਉਹਨਾਂ ਟੈਂਪਰੇਰੀ ਚਾਰਜ ਹੈ ਜਿੰਨਾ ਚਿਰ ਆਪਾਂ ਨੂੰ ਨਵਾਂ ਉੱਥੇ ਜਥੇਦਾਰ ਨਹੀਂ ਲੱਭਦਾ। ਉਹ ਚੀਜ਼ ਹੋਰ ਹੈ, ਜੇ ਇੱਥੇ ਵੀ ਪ੍ਰਧਾਨ ਅਸਤੀਫਾ ਦੇ ਜਾਂਦਾ ਸ਼ਾਇਦ ਕਾਰਜਕਾਰੀ ਬਣ ਜਾਂਦਾ ਕੋਈ, ਜਦੋਂ ਪ੍ਰਧਾਨ ਸਾਡੇ ਕੋਲੇ ਹੈਗਾ ਨੌਜਵਾਨ ਫਿਰ ਲੋੜ ਹੀ ਨਹੀਂ ਹੈਗੀ ਕਿਸੇ ਚੀਜ਼ ਦੀ। ਜਗਮੀਤ ਸਿੰਘ ਬਰਾੜ ਕਹਿੰਦੇ ਕਿ ਬਹੁਤ ਸਮਾਂ ਹੋ ਗਿਆ, ਹੁਣ 10 ਸਾਲ ਬਾਅਦ ਕਹਿੰਦੇ ਬਦਲਾਅ ਹੋਣਾ ਚਾਹੀਦਾ, ਪ੍ਰਧਾਨ ਵੀ ਬਦਲਣਾ ਚਾਹੀਦਾ, 3 ਕਾਰਜਕਾਰੀ ਪ੍ਰਧਾਨ ਹੋਣੇ ਚਾਹੀਦੇ ਆ। ਜਿਹੜੇ ਪੰਥਕ ਲੋਕ ਨੇ, ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਪੋਤੀ ਨੇ ਕਿਰਨਜੋਤ ਕੌਰ ਜਾਂ ਹੋਰ ਕੈਰੋ ਪਰਿਵਾਰ ਦਾ ਨਾਂ ਲਿਆ ਜਾਂ ਕਾਲੋਂ ਹੋਰਾਂ ਦਾ ਨਾਂ ਲਿਆ ਕਿ ਉਹਨਾਂ ਨੂੰ ਅਹੁਦੇ ਦੇਣੇ ਚਾਹੀਦੇ। ਨਹੀਂ ਇਹ ਨਹੀਂ, ਮੈਂ ਵੇਖੋ ਇਹ ਜਿਹੜਾ ਸੁਝਾਅ ਹੈ 10 ਸਾਲ ਵਾਲਾ, ਇਹ ਵੀ ਜਿਹੜੀ ਉਹ ਕਮੇਟੀ ਦੀ ਰਿਪੋਰਟ ਦੇ ਵਿੱਚ ਹੀ ਹੈਗਾ ਕਿ 10 ਸਾਲ ਬਾਅਦ ਪ੍ਰਧਾਨ ਬਦਲ ਦੇਣਾ ਚਾਹੀਦਾ, 2 ਟਰਮਾਂ ਦੇਣੀਆਂ ਚਾਹੀਦੀਆਂ। ਇਹ ਵੀ ਇੱਕ ਸਮਝ ਲਓ, ਇੱਕ ਕਈ ਵਾਰੀ ਆਪਾਂ ਨਾ ਗਲਤਫਹਿਮੀ ਸੋਚ ਲੈਂਦੇ ਆ, ਇੱਕ ਆਪਾਂ ਕੋਈ ਕਮੇਟੀ ਬਣਾ ਦਿੰਦੇ ਵੀ ਇਹ ਪੜਤਾਲ ਕਰਕੇ ਰਿਪੋਰਟ ਦੇਊਗੀ ਪਾਰਟੀ ਨੂੰ, ਗਾਂ ਉਹ ਰਿਪੋਰਟ ਨੂੰ ਮੰਨਣਾ ਨਾ ਮੰਨਣਾ, ਉਹਦੇ ਸੋਧਾਂ ਕਰਨੀਆਂ ਕੁਛ ਕਰਨਾ ਉਹ ਪਾਰਟੀ ਦਾ ਕੰਮ ਹੁੰਦਾ ਹੈ। ਇਹ ਨਹੀਂ ਕਿ ਜਿਹੜੀ ਥੱਲੇ ਰਿਪੋਰਟ ਆ ਗਈ ਉਹ ਸਾਰੀ ਮੰਨੀ ਜਾਣੀ ਹੁੰਦੀ ਹੈ, ਪਰ ਉਹਦੇ ਬਾਵਜੂਦ ਵੀ ਵੱਡੀਆਂ ਸਿਫਾਰਸ਼ਾਂ ਇਹ ਆਪਾਂ ਮੰਨ ਲਓ ਕਿ 90% ਉਹ ਕਮੇਟੀ ਦੀਆਂ ਸਿਫਾਰਸ਼ਾਂ ਮੈਨੂੰ ਲੱਗਦਾ ਕਿ ਮੰਨੀਆਂ ਜਾਣਗੀਆਂ। ਤੇ ਜਿਹੜਾ ਪ੍ਰਧਾਨਗੀ ਦਾ ਫੈਸਲਾ ਕਰਨਾ ਉਹ ਵੀ ਪਾਰਟੀ ਨੇ ਕਰਨਾ ਹੁੰਦਾ, ਭਾਵੇਂ 5 ਸਾਲ ਰੱਖੇ, ਭਾਵੇਂ 10 ਸਾਲ ਰੱਖੇ, ਭਾਵੇਂ 15 ਸਾਲ ਰੱਖੇ। ਪਾਰਟੀ ਨੇ ਵੇਖਣਾ ਚੰਗਾ ਕੰਮ ਕਰਦਾ ਪ੍ਰਧਾਨ ਰਹੇਗਾ, ਨਹੀਂ ਚੰਗਾ ਕੰਮ ਕਰਦਾ ਨਾ ਲਏਗਾ। ਮੈਂ ਸੁਝਾਅ ਅਸੀਂ ਦੇ ਸਕਦੇ ਹੁੰਦੇ ਆ ਕਿ ਜੀ 2 ਕਾਰਜਕਾਰੀ ਪ੍ਰਧਾਨ ਬਣਾ ਲਓ, 3 ਬਣਾ ਲਓ, 5 ਬਣਾ ਲਓ। ਇਹ ਸੁਝਾਅ ਦੇਣਾ ਤਾਂ ਪਾਰਟੀ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਸਮਝਦਾ। ਮੈਂ ਕਹਿੰਦਾ ਦੇਣਾ, ਜਿਹੜੀ ਬੰਦੇ ਦੇ ਮਨ ਦੇ ਵਿੱਚ ਗੱਲ ਆ ਉਹ ਦੇ ਦੇਣੀ ਚਾਹੀਦੀ ਆ। ਪਰ ਜਿਹੜਾ ਇਹ ਗੱਲ ਕਹਿਣੀ ਕਿ ਫਲਾਣੇ ਨੂੰ ਫਲਾਣੇ ਥਾਂ ਬਣਾ ਦਿਓ, ਫਲਾਣੇ ਨੂੰ ਫਲਾਣੇ ਥਾਂ ਬਣਾ ਦਿਓ, ਉਹ ਗਲਤ ਹੁੰਦਾ। ਉਹ ਕਦੇ ਇੱਕ ਮੈਂ ਕਹਾਂ ਵੀ ਫਲਾਣੇ ਨੂੰ ਉਹ ਕਰ ਦਿਓ, ਇਹ ਨਹੀਂ ਹੁੰਦਾ। ਇਹ ਪਾਰਟੀ ਨੇ ਕਰਨਾ ਹੁੰਦਾ, ਜਾਂ ਪਾਰਟੀ ਦੇ ਪ੍ਰਧਾਨ ਦੇ ਕੋਲੇ ਇਖਤਿਆਰ ਨੇ, ਜਾਂ ਸਮੁੱਚੀ ਪਾਰਟੀ ਜਿੱਧਰ ਫੈਸਲਾ ਕਰਦੀ ਹੈ, ਜਾਂ ਬਹੁਤ ਸੰਮਤੀ, 2 ਹੀ ਚੀਜ਼ਾਂ ਹੁੰਦੀਆਂ, ਜਾਂ ਸਰਬਸੰਮਤੀ ਜਾਂ ਬਹੁਤ ਸੰਮਤੀ। ਸਰਬਸੰਮਤੀ ਹੋ ਜੇ ਬਾਲਾ ਚੰਗਾ ਹੁੰਦਾ, ਨਹੀਂ ਡੈਮੋਕ੍ਰੇਸੀ ਕਹਿੰਦੀ ਹੈ ਵੀ ਜਿੱਧਰ ਜ਼ਿਆਦਾ ਲੋਕ ਆਓ ਮੰਨ ਲਓ ਬਸ। ਜੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ 10 ਸਾਲਾਂ ਵਾਲੀ ਸਿਫਾਰਿਸ਼ ਹੋਈ ਹੈ ਕਮੇਟੀ ਦੇ ਵੱਲੋਂ, ਆਮ ਜਿਹੜੇ ਵਰਕਰ ਨੇ ਉਹਨਾਂ ਵਰਕਰਾਂ ਤੋਂ ਰਿਵਿਊ ਲਿਆ ਗਿਆ, ਕਿਤੇ ਨਾ ਕਿਤੇ ਇਹ ਵੀ ਗੱਲ ਆਈ ਹੈ ਜਿਹੜੇ ਬਾਗੀ ਧੜਾ ਕਹਿ ਰਿਹਾ ਕਿ ਉਹ ਸਿਫਾਰਿਸ਼ ਮੰਨੀ ਨਹੀਂ ਜਾ ਰਹੀ, ਹੁਣ ਤਾਂ ਹੀ ਅਸੀਂ ਬਾਗੀ ਹੋਏ। ਨਹੀਂ ਵੇਖੋ ਨਾ, ਇਹ ਐਵੇਂ ਗੱਲ ਕਿਤੇ ਵੀ ਇਹ ਗੱਲ ਨਹੀਂ ਚੱਲੀ ਕਿ ਕੋਈ ਸਿਫਾਰਿਸ਼ ਹਲੇ ਮੰਨੀ ਨਹੀਂ ਜਾਣੀ। ਇਹ ਨਹੀਂ ਗੱਲ। ਇੱਕ ਦਿਨ ਕੋਰ ਕਮੇਟੀ ਦੀ ਬੜੀ ਲੰਮੀ ਮੀਟਿੰਗ ਹੋਈ ਸੀ, ਕੱਲੀ ਗੱਲ ਦੇ ਉੱਤੇ ਡਿਸਕਸ ਹੋਈ ਸੀ, ਬਲਕਿ ਸਾਰੀ ਕੋਰ ਕਮੇਟੀ ਇਸ ਗੱਲ ਦੇ ਉੱਤੇ ਸਹਿਮਤ ਸੀ ਕਿ ਪ੍ਰਧਾਨ ਸਾਨੂੰ ਇਹੀ ਠੀਕ ਨੇ, ਹੋਰ ਸਾਡੇ ਕੋਲ ਕੋਈ ਬਦਲ ਪ੍ਰਧਾਨ ਜੀ ਦਾ ਹੈ ਨਹੀਂ। ਟੋਟਲ ਬੰਦੇ ਜਿੰਨੇ ਵਿੱਚ ਬਰਾੜ ਸਾਹਿਬ ਵੀ ਸੀਗੇ, ਚੰਦੂ ਮਾਜਰਾ ਸੀਗੇ, ਸਾਰੇ ਬੰਦੇ ਵਿੱਚ ਸੀਗੇ ਸੀਨੀਅਰ। ਬਰਾੜ ਸਾਹਿਬ ਨੂੰ ਚਿੱਠੀ ਲਿਖਣ ਦੀ ਕੀ ਲੋੜ ਪੈਗੀ? ਬਰਾੜ ਸਾਹਿਬ ਨੇ ਚਿੱਠੀ ਕਿਉਂ ਲਿਖੀ? ਫਿਰ ਸਵਾਲ ਤਾਂ ਬਰਾੜ ਨੂੰ ਪੁੱਛੋ ਨਾ ਜਾ ਕੇ ਵੀ ਉਹਨੇ ਕਿਉਂ ਲਿਖੀ, ਇਹਦਾ ਜਵਾਬ ਮੈਂ ਤਾਂ ਨਹੀਂ ਦੇ ਸਕਦਾ। ਮੈਂ ਇਹਦਾ ਜਵਾਬ ਕਿਵੇਂ ਦੇ ਦੂੰ? ਚਿੱਠੀ ਬਰਾੜ ਨੇ ਲਿਖੀ ਹੈ ਤੇ ਜਵਾਬ ਮੈਂ ਕਿਵੇਂ ਦੇ ਦੂੰ ਇਹਦਾ? ਇਹ ਤਾਂ ਉਹ ਹੀ ਦੱਸ ਸਕਦੇ ਨੇ। ਸਾਡੇ ਨਾਲ ਕੱਲ ਗੱਲਬਾਤ ਕਰ ਰਹੇ ਸੀ ਜਗਮੀਤ ਸਿੰਘ ਬਰਾੜ, ਫੋਨ ਲਾਈਨ ਤੇ ਜੁੜੇ ਸੀ। ਕਹਿੰਦੇ ਕਿ ਜਿਹੜੇ ਲੋਕ ਗਲਤ ਇਸਤੇਮਾਲ ਕਰ ਰਹੇ ਆ IT ਸੈੱਲ ਦਾ, ਅਕਾਲੀ ਦਲ ਦੇ IT ਸੈੱਲ ਦਾ, ਕਹਿੰਦੇ ਮੇਰੇ ਖਿਲਾਫ ਪੋਸਟਾਂ ਪਾ ਰਹੇ ਆ ਕਿ ਜਗਮੀਤ ਬਰਾੜ ਨੂੰ ਪਾਰਟੀ ਚੋਂ ਕੱਢੋ। ਇਸੇ ਕਰਕੇ ਇਹ ਵੀ ਚਰਚਾ ਚੱਲੀ ਹੈ ਕਿ ਜਿਹੜੀ ਅਨੁਸ਼ਾਸਨੀ ਕਮੇਟੀ ਬਣੀ ਹੈ ਕਿ ਉਹਦੇ ਚੇਅਰਪਰਸਨ ਤੁਹਾਨੂੰ ਲਾਇਆ ਗਿਆ। ਨਹੀਂ ਵੇਖੋ, ਅਨੁਸ਼ਾਸਨੀ ਕਮੇਟੀ ਮੈਂ ਤੁਹਾਨੂੰ ਦੱਸਿਆ ਉਸ ਕਮੇਟੀ ਦੇ ਰਿਪੋਰਟ ਦੇ ਵਿੱਚ ਹੈ, ਝੁੰਦਾ ਕਮੇਟੀ ਦੇ ਅਨੁਸ਼ਾਸਨੀ ਕਮੇਟੀ ਉਹਦੇ ਵਿੱਚ ਹੈ। ਇਹ ਕਮੇਟੀ ਬਣੀ ਨੂੰ 5-6 ਦਿਨ ਹੋ ਗਏ ਸੀਗੇ। ਇਹ ਪ੍ਰਧਾਨ ਜੀ ਦੇ ਰੁਝੇਵੇਂ ਸੀ, ਮੈਨੂੰ ਲੱਗਦਾ ਅਨਾਉਂਸਮੈਂਟ ਲੇਟ ਕੀਤੀ, ਕੁਦਰਤੀ ਉਹਦੇ ਨਾਲ ਜੁੜ ਗਈ। ਕੋਈ ਮੈਂ ਨਹੀਂ ਕਹਿੰਦਾ ਅਸੀਂ ਕਿਸੇ ਨੂੰ ਨਹੀਂ ਕੱਢਾਂਗੇ ਗਲਤ, ਨਾ ਕਿਸੇ ਦੇ ਖਿਲਾਫ ਕਾਰਵਾਈ ਕਰਾਂਗੇ, ਨਾ ਕਿਸੇ ਨੂੰ ਗਲਤ ਕੱਢਾਂਗੇ। ਜੇ ਕੋਈ ਪਾਰਟੀ ਦੇ ਖਿਲਾਫ ਬਹੁਤਾ ਹੀ ਨੁਕਸਾਨ ਕਰੂਗਾ ਪਾਰਟੀ ਦਾ, ਜਾਂ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ, ਫਿਰ ਵੀ ਉਹਨੂੰ ਸੁਣਾਂਗੇ, ਉਹਨੂੰ ਸੁਣਨ ਦਾ ਮੌਕਾ ਦੇਵਾਂਗੇ। ਪਰ ਜੇ ਫਿਰ ਵੀ ਬੰਦਾ ਸੋਚੂਗਾ ਮੈਂ ਪਾਰਟੀ ਨੂੰ ਖਰਾਬ ਕਰਨਾ, ਉਹ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ, ਉਹਦੇ ਖਿਲਾਫ ਤਾਂ ਕਾਰਵਾਈ ਹੋਏਗੀ। ਜਿਹੜਾ ਪਾਰਟੀ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ। ਤੇ ਜਿੱਥੇ ਕੋਈ ਪਾਰਟੀ ਦੇ ਵਿੱਚ ਵਿਚਾਰ ਰੱਖਣੇ, ਉਹ ਹਰ ਬੰਦੇ ਨੂੰ ਰਾਈਟ ਆਪਦੇ ਰੱਖਣ, ਖੁੱਲ੍ਹ ਕੇ, ਕੋਈ ਡਰ ਨਹੀਂ। ਚੰਗੀ ਗੱਲ ਆ, ਵਿਚਾਰ ਆਉਣੇ ਚਾਹੀਦੇ ਹੁੰਦੇ ਨੇ ਪਾਰਟੀਆਂ ਦੇ ਵਿੱਚ, ਵਿਚਾਰ ਸੁਣਨੇ ਵੀ ਚਾਹੀਦੇ। ਅਸੀਂ ਤਾਂ ਪ੍ਰਧਾਨ ਨੂੰ ਕਿਹਾ ਵੀ ਸਾਰਿਆਂ ਦੇ ਸੁਣੋ ਖੁੱਲ੍ਹੇ ਦਿਲ ਨਾਲ, ਗਾਂ ਫੈਸਲਾ ਜਿੱਧਰ ਬਹੁਤ ਸੰਮਤੀ ਕਹੂਗੀ ਉਹ ਕਰ ਲਿਓ। ਕੋਈ ਕਿਸੇ ਦੇ ਖਿਲਾਫ ਨਹੀਂ ਹੈਗਾ, ਨਾ ਸਾਡੇ ਮਨ ਦੇ ਵਿੱਚ ਹੈ ਕਿਸੇ ਦੇ। ਸਾਡਾ ਕੰਮ ਜਿਹੜਾ ਅਨੁਸ਼ਾਸਨੀ ਕਮੇਟੀ ਹੈ, ਤੋੜਨਾ ਨਹੀਂ ਅਕਾਲੀ ਦਲ ਨੂੰ। ਸਾਡਾ ਮਤਲਬ ਅਕਾਲੀ ਦਲ ਨੂੰ ਜੋੜਨਾ। ਅਸੀਂ ਹਰੇਕ ਨੂੰ ਕੋਸ਼ਿਸ਼ ਕਰਾਂਗੇ ਕਿ ਅਕਾਲੀ ਦਲ ਦੇ ਨਾਲ ਰਲ ਕੇ ਚੱਲੇ। ਗਾਂ ਲੋਕਾਂ ਦੇ ਮਨ ਦੇ ਵਿੱਚ ਕੀ ਹੈ ਤਾਂ ਉਹ ਜਾਣਦੇ ਹੋਣਗੇ। ਜਗਮੀਤ ਬਰਾੜ ਤੇ ਕਾਰਵਾਈ ਹੋਊਗੀ? ਨਹੀਂ, ਕਿਉਂ ਹੋਊਗੀ ਕਾਰਵਾਈ? ਜੇ ਕੋਈ ਜਗਮੀਤ ਬਰਾੜ ਗਲਤ ਕੰਮ ਕਰੇਗਾ, ਮੈਂ ਕਿਹਾ ਮੈਂ ਕਰੂੰਗਾ ਤਾਂ ਮੇਰੇ ਤੇ ਵੀ ਹੋਏਗੀ। ਜੇ ਕੋਈ ਹੋਰ ਕਰੇਗਾ ਤਾਂ ਉਹਦੇ ਤੇ ਵੀ ਹੋਏਗੀ। ਕੋਈ ਜਗਮੀਤ ਬਰਾੜ ਪਰਸਨਲੀ ਕਿਉਂ, ਕੋਈ ਵੀ ਗਲਤ ਕਰੇਗਾ, ਭਾਵੇਂ ਕੋਈ ਹੋਵੇ, ਭਾਵੇਂ ਵੱਡਾ ਭਾਵੇਂ ਕੋਈ ਛੋਟਾ ਹੈ, ਚਾਹੇ ਪ੍ਰਧਾਨ ਹੋਵੇ।
ਮੈਂ ਕਹਿੰਦਾ ਗਲਤ ਜੇ ਕੋਈ ਪਾਰਟੀ ਪ੍ਰਧਾਨ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਕੋਈ ਇਹ ਲੱਗਦਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਾਰਟੀ ਉਹਦੇ ਤੇ ਵੀ ਸੋਚ ਵਿਚਾਰ ਕਰ ਸਕਦੀ ਹੈ। ਇਹਦੇ ਚ ਕਿੱਡੀ ਕੀ ਗੱਲ ਹੈ। ਅਨੁਸ਼ਾਸਨੀ ਕਮੇਟੀ ਦਾ ਮਤਲਬ ਤਾਂ ਇਹ ਹੁੰਦਾ ਕਿ ਜੇ ਕੋਈ ਸ਼ਿਕਾਇਤਾਂ ਆਉਂਦੀਆਂ ਨੇ ਸਾਡੇ ਕੋਲੇ, ਲਿਖਤੀ ਸ਼ਿਕਾਇਤਾਂ ਆਉਂਦੀਆਂ ਨੇ ਜਾਂ ਕਦੇ ਕੋਈ ਅਖਬਾਰਾਂ 'ਚ ਇਹੋ ਜਿਹੀਆਂ ਗੱਲਾਂ ਛਪ ਜਾਂਦੀਆਂ ਨੇ, ਉਹਦੇ ਤੇ ਅਸੀਂ ਨੋਟਿਸ ਲੈ ਲੈਂਦੇ ਹਾਂ। ਫਿਰ ਵੀ ਬੰਦੇ ਨੂੰ ਸੁਣਾਂਗੇ ਤਾਂ ਜ਼ਰੂਰ, ਭਾਵੇਂ ਕੋਈ ਵੀ ਹੋਵੇ, ਸੁਣਾਂਗੇ ਤਾਂ ਜ਼ਰੂਰ, ਆਪਦੀ ਤਸੱਲੀ ਕਰਾਏਗਾ, ਸਫਾਈ ਦੇਗਾ ਕਿ ਮੈਂ ਨਹੀਂ ਪਾਰਟੀ ਦੇ ਉਲਟ, ਮੈਂ ਨਹੀਂ ਪਾਰਟੀ ਦੇ, ਮੈਥੋਂ ਇਹ ਗੱਲ ਜਾਂ ਸਹਿਬਨ ਹੋ ਗਈ ਜਾਂ ਮੇਰੇ ਕੋਈ ਮਨ ਨਹੀਂ ਸੀਗਾ ਜਾਂ ਇਹਨੂੰ ਕੋਈ ਤੋੜ ਮਰੋੜ ਕੇ ਪੇਸ਼ ਕੀਤਾ। ਉਹਦੀ ਪੂਰੀ ਗੱਲ ਕਿਸੇ ਨੂੰ ਵੀ, ਜਿਹਨੂੰ ਵੀ ਕਿਸੇ ਨੂੰ ਸੱਦਾਂਗੇ, ਜੇ ਕਦੇ ਲੋੜ ਪਈ ਤਾਂ ਉਹਨੂੰ ਪੂਰਾ ਮੌਕਾ ਦੇਵਾਂਗੇ। ਸਿਕੰਦਰ ਸਿੰਘ ਮਲੂਕਾ ਹੀ ਕਿਹਾ ਕਰਦੇ ਸੀ ਕਿ ਪ੍ਰਧਾਨ ਤਾਂ ਲੇਟ ਉੱਠਦੇ ਨੇ, ਲੇਟ ਦਫ਼ਤਰ ਪਹੁੰਚਦੇ ਨੇ, ਕਿਤੇ ਨਾ ਕਿਤੇ ਇਹ ਵੀ ਕਾਰਨ ਸੀ। ਜਾਂ ਜਿਸ ਤਰੀਕੇ ਦੇ ਨਾਲ ਵਿਰਸਾ ਵਲਟੋਆ ਵੀ ਤੁਹਾਡੇ ਨਾਲ ਕਮੇਟੀ ਦੇ ਵਿੱਚ ਨੇ, ਵਿਰਸਾ ਵਲਟੋਆ ਵੀ ਆਖਦੇ ਰਹੇ ਨੇ ਕਿ ਇੱਕ ਉਹ ਅਕਾਲੀ ਦਲ ਸੀ ਜਿਨ੍ਹਾਂ ਨੇ ਸੰਘਰਸ਼ ਵੇਖਿਆ, ਜੇਲ੍ਹਾਂ ਵੇਖੀਆਂ, ਪਰ ਅੱਜ ਦੇ ਨੌਜਵਾਨ ਚਾਹੇ ਸੁਖਬੀਰ ਬਾਦਲ ਹੀ ਕਿਉਂ ਨਾ ਹੋਣ, ਇਹਨਾਂ ਨੇ ਕਿਹੜਾ ਸੰਘਰਸ਼ ਦੇਖਿਆ। ਨਹੀਂ, ਵੇਖੋ ਪੁਰਾਣੀ ਪੀੜ੍ਹੀ ਨੇ ਤਾਂ ਹੌਲੀ ਹੌਲੀ ਜਾਣਾ ਹੈ। ਅਸੀਂ ਸੰਘਰਸ਼ ਕੀਤੇ ਆ, ਜੇਲ੍ਹਾਂ ਕੱਟੀਆਂ ਨੇ, ਉਦੋਂ ਇਹੋ ਜਿਹੀ ਗੱਲ ਸੀ। ਹੁਣ ਸਾਡੇ ਬੱਚੇ ਮਗਰੋਂ ਆਏ ਆ ਉਸ ਲਾਈਨ ਦੇ ਵਿੱਚ। ਜੇ ਆਪਾਂ ਹੈਗੇ ਵੀ ਇਹਨਾਂ ਨੇ ਜੇਲ੍ਹਾਂ ਕਿਉਂ ਨਹੀਂ ਕੱਟੀਆਂ, ਜਦੋਂ ਜੇਲ੍ਹਾਂ ਦਾ ਉਦੋਂ ਬਾਅਦ ਕੋਈ ਮੋਰਚਾ ਹੀ ਨਹੀਂ ਲੱਗਿਆ, ਤੇ ਇਹ ਜੇਲ੍ਹਾਂ ਕਾਹਦੇ 'ਚ ਕੱਟ ਲੈਣ। ਜੇ ਸੁਖਬੀਰ ਹੋਰਾਂ ਵੇਲੇ ਕੋਈ ਮੋਰਚਾ ਹੀ ਨਹੀਂ ਲੱਗਿਆ ਤੇ ਉਹ ਜੇਲ੍ਹਾਂ ਕਿਹੜੇ 'ਚ ਕੱਟ ਲੈਣ। ਸਾਡੇ ਵੇਲੇ ਮੋਰਚੇ ਲੱਗੇ ਸੀ, ਅਸੀਂ ਕੱਟ ਲਈਆਂ। ਤੇ ਹੁਣ ਪੁਰਾਣੀ ਪੀੜ੍ਹੀ ਤਾਂ ਸਾਰੀ ਹੌਲੀ ਹੌਲੀ ਜਾਈ ਜਾਂਦੀ ਹੈ। ਨਵੀਂ ਪੀੜ੍ਹੀ ਤਾਂ ਜਿਹੜੀ ਆ ਰਹੀ ਹੈ ਸਾਰੀ, ਉਹ ਤਾਂ ਕਿਸੇ ਨੇ ਵੀ ਨਹੀਂ ਜੇਲ੍ਹਾਂ ਕੱਟੀਆਂ, ਤੇ ਫਿਰ ਕਿਹਨੂੰ ਸਵਾਵਾਂਗੇ ਅਕਾਲੀ ਦਲ ਆਪਾਂ। ਇਹ ਨਹੀਂ ਹੁੰਦੀ ਗੱਲ। ਮੇਰਾ ਮਤਲਬ ਦੂਜੀ ਗੱਲ ਜਿੱਥੋਂ ਤੱਕ ਉੱਠਣ ਦੀ ਹੁੰਦੀ ਹੈ, ਉਹ ਵੀ ਇੱਕ ਸਾਡਾ ਸੁਝਾਅ ਹੈ। ਸੁਝਾਅ ਹੈ ਸਾਡਾ ਵੀ, ਟਾਈਮ ਜੇ ਟਾਈਮ ਨਾਲ ਆਪਾਂ ਸ਼ੁਰੂ ਕਰ ਲਈਏ ਕੋਈ ਵੀ ਕੰਮ, ਫਿਰ ਉਹ ਟਾਈਮ ਨਾਲ ਨਿਬੜ ਜਾਂਦੇ ਨੇ। ਜੇ ਲੇਟ ਸ਼ੁਰੂ ਕਰੀਏ ਤਾਂ ਲੇਟ ਨਿਬੜਦੇ ਨੇ। ਜਿਵੇਂ ਮੈਂ ਪਹਿਲਾਂ ਕਿਹਾ ਕਿ ਸੁਝਾਅ ਦੇਣਾ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ, ਵੀ ਸਾਰੇ ਕੰਮ ਆਪਾਂ ਟਾਈਮ ਨਾਲ ਸ਼ੁਰੂ ਕਰ ਲਿਆ ਕਰੀਏ ਤੇ ਟਾਈਮ ਨਾਲ ਨਿਬੜ ਜਾਇਆ ਕਰਨ। ਸੋ ਨਵੇਂ ਯੁੱਗ ਦਾ ਤੇ ਪੁਰਾਣੇ ਯੁੱਗ ਦਾ ਫਰਕ ਹੈ। ਜਿਵੇਂ ਬਾਦਲ ਸਾਹਿਬ ਸੀ, ਅਸੀਂ ਸੀ, ਸਾਨੂੰ 5 ਵਜੇ ਦੀ ਉੱਠਣ ਦੀ ਆਦਤ ਪਈ ਹੈ। ਤੇ ਜਿਹੜੀ ਨਵੀਂ ਪੀੜ੍ਹੀ ਆ ਉਹ ਸਾਰੀ ਇਕੱਲਾ ਉਹਦੇ ਤੇ ਨਹੀਂ ਕਹੋ ਸਾਰੀ, ਮੈਨੂੰ ਲੱਗਦਾ ਤੁਸੀਂ ਵੀ 8-9 ਵਜੇ ਉੱਠਦੇ ਹੋਵੋਗੇ, ਤੁਸੀਂ ਵੀ ਨਹੀਂ ਸੁਨੇਹਾ ਉੱਠਦੇ ਹੋਵੋਗੇ। ਨਵੀਂ ਪੀੜ੍ਹੀ ਸਾਰੀ ਲੇਟ ਉੱਠਦੀ ਹੈ, ਇਹਨੂੰ ਕੀ ਕਰੀਏ ਹੁਣ ਆਪਾਂ। ਅਕਾਲੀ ਦਲ ਦੇ ਪ੍ਰਧਾਨ ਦੀ ਤਾਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜ਼ਿੰਮੇਵਾਰੀ ਤਾਂ ਹਰ ਬੰਦੇ ਦੀ ਹੈ। ਦੇਖੋ ਮੇਰੀ ਆਪਣੇ ਥਾਂ ਤੇ ਜ਼ਿੰਮੇਵਾਰੀ ਹੈ, ਤੁਹਾਡੀ ਆਪਣੇ ਥਾਂ ਤੇ ਜ਼ਿੰਮੇਵਾਰੀ ਹੈ, ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਨੇ, ਇਹਦੇ 'ਚ ਕੋਈ ਦੋ ਰਿਆਂ ਨਹੀਂ। ਮੈਂ ਫਿਰ ਵੀ ਬੇਨਤੀ ਕਰੂੰਗਾ, ਮੈਂ ਇਸ ਕਦੇ ਮੈਂ ਲੁਕਾ ਕੇ ਨਹੀਂ ਕੋਈ ਗੱਲ ਵੀ ਕੀਤੀ। ਜੇ ਮੈਂ ਕਹਾਂ ਕੀਤੀ ਆ, ਮੈਂ ਉਹ ਹੁਣ ਚੇਂਜ ਕਰ ਲਿਆ। ਹੁਣ ਕਈ ਵਾਰੀ ਅਸੀਂ 10 ਵਜੇ ਮੀਟਿੰਗ ਰੱਖੀ, 10 ਵਜੇ ਮੀਟਿੰਗ 'ਚ ਆ ਜਾਂਦੇ ਹੁੰਦੇ ਨੇ, ਉਹਦਾ ਅਸਰ ਹੋਇਆ ਕਹਿਣ ਦਾ ਗੱਲ ਦਾ। ਜੇ ਅਸੀਂ ਹੁਣ ਕਈ ਵਾਰੀ ਮੀਟਿੰਗਾਂ 10 ਵਜੇ ਹੁੰਦੀਆਂ ਜਾਂ 11 ਵਜੇ ਵੀ ਤੜਕੇ ਸਾਡੀਆਂ ਰੱਖੀਆਂ ਹੁੰਦੀਆਂ, ਇਨ ਟਾਈਮ ਆ ਜਾਂਦੇ ਨੇ, ਉਸੇ ਵੇਲੇ ਹੁਣ ਲੇਟ ਨਹੀਂ ਹੁੰਦੇ ਹੈਗੇ। ਜੇ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਾਂਗਰਸ ਦੇ ਵਿੱਚ ਵੀ ਪਰਿਵਾਰਵਾਦ ਭਾਰੂ ਹੈ, ਗਾਂਧੀ ਪਰਿਵਾਰ, ਤੇ ਇੱਧਰ ਵੀ ਪਰਿਵਾਰਵਾਦ ਭਾਰੂ ਹੈ। ਇੱਕ ਪਰਿਵਾਰਵਾਦ ਦੀ ਸਮਝ ਨਹੀਂ ਆਉਂਦੀ। ਤੁਸੀਂ ਜ਼ਿਆਦਾ ਜੇ ਫਰੋਲਾ ਫਲਾਲੀ ਕਰੋਗੇ ਨਾ, ਬਹੁਤ ਸਾਰੇ ਖਿੱਤਿਆਂ ਦੇ ਵਿੱਚ ਡਾਕਟਰਾਂ ਦੇ ਪਰਿਵਾਰ ਤੁਸੀਂ ਫਰੋਲ ਲਿਓ। ਜੇ ਡਾਕਟਰ ਮੀਆਂ ਬੀਵੀ ਡਾਕਟਰ ਨੇ ਤਾਂ ਉਹਨਾਂ ਦੇ ਬੱਚੇ ਵੀ ਡਾਕਟਰ ਨੇ ਤਕਰੀਬਨ। ਜੇ ਤੁਸੀਂ ਵਕੀਲ ਦੇ ਕਿਸੇ ਦੇ ਘਰੇ ਜਾਓਗੇ ਤਾਂ ਉਹ ਵਕੀਲ ਹੀ ਨੇ। ਜੇ ਲਾਲੇ ਦੇ ਘਰੇ ਜਾਓਗੇ ਉਹਨਾਂ ਦਾ ਮੁੰਡਾ ਹੱਟੀ ਪਾਊਗਾ, ਜੱਟ ਦੇ ਘਰੇ ਜਾਓਗੇ ਉਹਦਾ ਮੁੰਡਾ ਖੇਤੀ ਕਰੂਗਾ। ਇਵੇਂ ਜੀ ਇੱਕ ਸਿਆਸਤ ਵੀ ਜਿਨ੍ਹਾਂ ਘਰਾਂ ਦੇ ਵਿੱਚ ਵੜ ਜਾਂਦੀ ਹੈ ਨਾ, ਉਹਨਾਂ ਦੇ ਬੱਚੇ ਵੀ ਫਿਰ ਸਿਆਸਤ ਦੇ ਵਿੱਚ ਹੀ ਰੁੱਝ ਜਾਂਦੇ ਨੇ, ਨਾਲ ਲੱਗ ਜਾਂਦੇ ਨੇ। ਤੇ ਫਿਰ ਕੁਦਰਤੀ ਗੱਲ ਆ, ਨਾਲ ਲੱਗ ਜਾਂਦੇ ਨੇ, ਉਹ ਹੌਲੀ ਹੌਲੀ ਉਸ ਗੱਲ ਦਾ ਪੁੱਸ ਪੈ ਜਾਂਦਾ। ਫਿਰ ਉਹ ਅੱਗੇ ਉਹ ਫਿਰ ਉਸ ਗੱਲ ਤੇ ਅੱਗੇ ਆ ਜਾਂਦੇ ਨੇ। ਕੋਈ ਜ਼ਰੂਰੀ ਨਹੀਂ ਹੈ ਤਾਂ ਫੈਸਲਾ ਲੋਕਾਂ ਨੇ ਕਰਨਾ। ਅਸੀਂ ਪਰਿਵਾਰਵਾਦ ਜੋ ਮਰਜ਼ੀ ਕਰੀਏ, ਫੈਸਲਾ ਤਾਂ ਲੋਕਾਂ ਨੇ ਕਰਨਾ ਨਾ। ਜੇ ਲੋਕਾਂ ਨੂੰ ਪਰਿਵਾਰਵਾਦ ਨਹੀਂ ਚੰਗਾ ਲੱਗਦਾ ਤੇ ਨਾ ਪਾਉਣ ਲੋਕ ਵੋਟਾਂ। ਫਿਰ ਵੋਟਾਂ ਤਾਂ ਲੋਕ ਪਾਉਂਦੇ ਨੇ ਨਾ। ਨਹਿਰੂ ਖਾਨਦਾਨ ਤੇ ਵੇਖੋ ਸਾਰਾ ਕਿੱਦਾਂ ਦਾ ਰੌਲਾ ਪੈਂਦਾ ਹੈ। ਨਹਿਰੂ ਖਾਨਦਾਨ, ਨਹਿਰੂ ਆਇਆ, ਫਿਰ ਇੰਦਰਾ ਗਾਂਧੀ ਆਈ, ਫਿਰ ਰਾਜੀਵ ਆਇਆ, ਹੁਣ ਸੋਨੀਆ ਆ ਗਈ, ਗਾਂ ਰਾਹੁਲ ਆ ਗਿਆ, 5ਵੀਂ ਪੀੜ੍ਹੀ ਹੋ ਗਈ। ਤੇ ਲੋਕ ਨਾ ਵੋਟਾਂ ਪਾਉਣ, ਫਿਰ ਗੱਲ ਮੁੱਕੇ ਆਪੇ ਚੁੱਪ ਕਰੇ ਰਹਿਣਗੇ। ਜੇ ਲੋਕ ਵੋਟਾਂ ਪਾਉਂਦੇ ਨੇ ਤੇ ਫਿਰ ਆਪਣਾ ਇਹ ਗਿਲਾ ਕਾਹਦਾ ਰਹਿ ਗਿਆ ਡੈਮੋਕ੍ਰੇਸੀ 'ਚ, ਜੇ ਲੋਕ ਹੀ ਚੁਣਦੇ ਨੇ ਪਰਿਵਾਰਵਾਦ ਨੂੰ। ਤੇ ਪਰਿਵਾਰਵਾਦ ਐਵੇਂ ਕਹਿਣ ਵਾਲੀ ਗੱਲ ਆ। ਹੁਣ ਮੋਦੀ ਸਾਹਿਬ ਤਾਂ ਵਿਚਾਰੇ ਛੜੇ ਨੇ, ਉਹਨਾਂ ਦਾ ਪਰਿਵਾਰ ਤਾਂ ਕਾਹਦਾ ਹੋਣਾ ਜਦੋਂ ਵਿਆਹ ਹੀ ਨਹੀਂ ਹੋਇਆ, ਬੱਚੇ ਹੀ ਹੈ ਨਹੀਂਗੇ। ਤੇ ਜਿਹਦੇ ਪਰਿਵਾਰ ਆ ਉਹ ਦੱਸੋ ਕਿਹੜਾ ਪਰਿਵਾਰ ਆ ਇਹੋ ਜਿਹਾ ਹਿੰਦੁਸਤਾਨ 'ਚ ਜਿਹਦੇ ਬੱਚੇ ਨਹੀਂ ਆਏ ਸਿਆਸਤ ਦੇ ਵਿੱਚ। ਤਾਮਿਲਨਾਡੂ ਦਾ ਲੈ ਲਓ, ਬੰਗਾਲ ਵਾਲੀ ਬੀਬੀ ਵੀ ਵਿਆਹੀ ਨਹੀਂ, ਉਹਦਾ ਪਰਿਵਾਰਵਾਦ ਕੀ ਹੋਣਾ। ਨਵੀਨ ਪਟਨਾਇਕ ਉੜੀਸਾ ਵਾਲਾ, ਉਹ ਨਹੀਂ ਵਿਆਹਿਆ, ਉਹਦਾ ਹੀ ਹੋਣਾ। ਯੂਪੀ ਵਾਲਾ ਜੋਗੀ ਨਹੀਂ ਵਿਆਹਿਆ, ਉਹਦਾ ਵੀ ਕੀ ਹੋਣਾ। ਜਿਹੜੇ ਵਿਆਹੇ ਹੈ, ਚਾਹੇ ਮੁਲਾਇਮ ਸਿੰਘ ਯਾਦਵ ਲੈ ਲਓ ਯੂਪੀ 'ਚ, ਉਹਨਾਂ ਦਾ ਪਰਿਵਾਰ ਆ ਗਿਆ। DMK ਦਾ ਆ ਗਿਆ ਦੁਬਾਰਾ ਮੁੰਡਾ, ਉਹਦਾ ਕਰੁਣਾਨਿਧੀ ਦਾ ਮੁੰਡਾ ਆ ਗਿਆ ਹੁਣ ਸਿਆਸਤ ਦੇ ਵਿੱਚ। ਸੋ ਜਿੱਥੇ ਜਿੱਥੇ ਪਰਿਵਾਰ ਹੈਗਾ ਉਹ ਤਾਂ ਪਰਿਵਾਰ ਆਏ ਨੇ, ਚਾਹੇ ਹਰਿਆਣਾ ਸੀ, ਚਾਹੇ ਪੰਜਾਬ ਸੀ, ਚਾਹੇ ਜੰਮੂ ਕਸ਼ਮੀਰ ਸੀ, ਚਾਹੇ ਹੋਰ ਸੂਬੇ ਵੀ ਨੇ। ਤੇ ਜਿੱਥੇ ਕੋਈ ਨਹੀਂ ਹੈ ਉੱਥੇ ਕੀ ਹੋਣਾ ਪਰਿਵਾਰ ਨੇ। ਸੋ ਇਹ ਤਾਂ ਐਵੇਂ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਪਰਿਵਾਰਵਾਦ ਨੂੰ ਚੁਣਨਾ ਹੈ ਕਿ ਨਹੀਂ ਚੁਣਨਾ। ਇਹ ਬੰਦਿਆਂ ਦੇ ਵੱਸ ਤਾਂ ਨਹੀਂ ਹੈਗਾ ਸਾਰਾ। ਲੋਕ ਤਾਂ ਕਹਿੰਦੇ ਕਿ ਪਰਿਵਾਰਵਾਦ ਨਕਾਰਤਾ ਬਾਦਲ ਵੱਡੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ? ਨਹੀਂ, ਹਮੇਸ਼ਾ ਅਕਾਲੀ ਦਲ ਹੀ ਵੱਡਾ ਹੁੰਦਾ। ਪਾਰਟੀਆਂ ਹੀ ਵੱਡੀਆਂ ਹੁੰਦੀਆਂ, ਪਾਰਟੀ ਦੇ ਨਾਲ ਹੀ ਚੱਲਦਾ। ਕੋਈ ਨਹੀਂ ਉਤਰਾ ਚੜ੍ਹਾਅ ਤਾਂ ਪਾਰਟੀਆਂ 'ਚ ਆਉਂਦੇ ਹੀ ਰਹਿੰਦੇ ਆ, ਹਰ ਪਾਰਟੀ 'ਚ ਆਉਂਦੇ ਨੇ। 1977 ਦੇ ਵਿੱਚ ਇੰਦਰਾ ਗਾਂਧੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਹਰਾਤਾ ਸੀ ਲੋਕਾਂ ਨੇ। 80 'ਚ ਫਿਰ ਜਿੱਤ ਗਈ। 99 'ਚ ਸਾਡੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ ਸਾਰੇ ਪੰਜਾਬ ਦੇ ਵਿੱਚ। ਤੇ 96 ਦੇ ਵਿੱਚ ਫਿਰ ਅਸੀਂ ਹਨੇਰੀ ਨੂੰ ਆ ਗਏ ਸੀ। ਇਹ ਉਤਰਾ ਚੜ੍ਹਾਅ ਤਾਂ ਪਾਰਟੀਆਂ 'ਚ ਹੁੰਦੇ ਰਹਿੰਦੇ। ਤੇ ਲੋਕਾਂ ਦਾ ਫੈਸਲਾ, ਇਹਨੂੰ ਆਪਾਂ ਕੀ ਕਰ ਸਕਦੇ ਹਾਂ। ਲੋਕ ਜੇ ਗਾਹਾਂ ਨੂੰ ਚਾਹਣਗੇ ਅਕਾਲੀ ਦਲ ਨੂੰ ਤਾਂ ਅਕਾਲੀ ਦਲ ਤਕੜਾ ਹੋ ਕੇ ਆਏਗਾ, ਰਾਜ ਕਰੇਗਾ। ਨਾ ਚਾਹਣਗੇ ਤਾਂ ਨਹੀਂ ਆਏਗਾ। ਲੋਕ ਕਹਿੰਦੇ ਅਕਾਲੀ ਦਲ ਚਾਹੀਦਾ, ਪਰ ਬਾਦਲਾਂ ਨੂੰ ਲੈ ਕੇ ਸਵਾਲ ਤੁਹਾਡੀ ਰਿਪੋਰਟ ਦੇ ਵਿੱਚ ਆਏ ਨਹੀਂ।
ਤੁਹਾਡੀ ਰਿਪੋਰਟ ਦੇ ਵਿੱਚ ਆਏ ਨੇ? ਦੇਖੋ, ਸਾਡੀ ਰਿਪੋਰਟ ਦੇ ਵਿੱਚ ਇਹ ਕਿਤੇ ਨਹੀਂ ਲਿਖਿਆ। ਮੈਂ ਫਿਰ ਉਹੀ ਤੁਹਾਨੂੰ ਗੱਲ ਕਹਿਣਾ, ਤੁਹਾਨੂੰ ਗਲਤ ਕਿਸੇ ਨੇ ਜਾਂ ਤਾਂ ਦੱਸਿਆ, ਤੁਸੀਂ ਤਾਂ ਰਿਪੋਰਟ ਪੜ੍ਹੀ ਨਹੀਂ, ਤੁਹਾਨੂੰ ਤਾਂ ਕਿਸੇ ਨੂੰ ਤਾਂ ਰਿਪੋਰਟ ਮਿਲੀ ਨਹੀਂ, ਠੀਕ ਹੈ ਕਿ ਨਹੀਂ? ਤੇ ਜਾਂ ਤਾਂ ਤੁਹਾਨੂੰ ਕਿਸੇ ਨੇ ਗਲਤ ਦੱਸਿਆ, ਜਿਹਨੇ ਦੱਸਿਆ। ਸਾਰੀ ਕਾਪੀ ਮੇਰੇ ਕੋਲੇ ਪਈ ਹੈ, ਮੈਂ ਪੜ੍ਹੀ ਆਪ ਸਾਰੀ, ਕਿਤੇ ਵੀ ਨਹੀਂ ਲਿਖਿਆ, ਨਾ ਪਰਿਵਾਰਵਾਦ ਦੀ ਗੱਲ ਲਿਖੀ ਹੈ ਕਿਤੇ, ਨਾ ਬਾਦਲ ਫੈਮਿਲੀ ਦੇ ਖਿਲਾਫ ਕਿਤੇ ਲਿਖਿਆ, ਕਿਤੇ ਵੀ ਨਹੀਂ ਲਿਖਿਆ। ਉੱਥੇ ਲਿਖਿਆ ਕੁਛ ਲੀਡਰਸ਼ਿਪ ਚੇਂਜ ਕੀਤੀ ਜਾਵੇ। ਕੁਛ ਤੋਂ ਭਾਵ ਕੁਛ ਦੇ ਵਿੱਚ ਤਾਂ ਮੈਂ ਵੀ ਹੋ ਸਕਦਾ, ਕੁਛ ਦੇ ਵਿੱਚ ਤਾਂ ਕੋਈ ਵੀ ਹੋ ਸਕਦਾ। ਲੀਡਰਸ਼ਿਪ ਦੇ 30-35 ਬੰਦੇ ਨੇ ਉੱਪਰਲੀ ਦੇ, ਤੇ ਉਹਦੇ 'ਚ ਤਾਂ ਕੁਛ ਵੀ ਹੋ ਸਕਦਾ। 2-4 ਵੈਸੇ ਸਮੇਂ ਨਾਲ ਮੈਂ ਤਾਂ ਕਹਿੰਦਾ ਚੇਂਜ ਵੀ ਹੋਣੀ ਚਾਹੀਦੀ ਹੈ। ਜਿਹੜੇ ਹੁਣ ਬਜ਼ੁਰਗ ਹੋ ਗਏ 90-90 ਸਾਲ ਦੇ, ਤੇ ਜੇ ਕੋਈ ਥੋੜ੍ਹੇ ਬਹੁਤੇ ਚੇਂਜ ਵੀ ਹੋ ਜਾਣਗੇ ਜਿਨ੍ਹਾਂ ਤੋਂ ਨਹੀਂ ਕੰਮ ਹੁੰਦਾ, ਤੇ ਕੋਈ ਫਰਕ ਨਹੀਂ ਪੈਂਦਾ। ਨਵੀਂ ਲੀਡਰਸ਼ਿਪ ਨੇ ਵੀ ਆਉਣਾ ਹੀ ਹੈ ਸਿਆਸਤ ਦੇ ਵਿੱਚ। ਇਹ ਤਾਂ ਨਹੀਂ ਹੁਣ ਪੁਰਾਣਿਆਂ ਨੇ ਬੈਠੇ ਰਹਿਣਾ, ਨਵਿਆਂ ਨੂੰ ਥਾਂ ਹੀ ਨਹੀਂ ਦੇਣਾ। ਜਗਮੀਤ ਬਰਾੜ ਕਹਿੰਦੇ ਪ੍ਰਧਾਨ ਤੋਂ ਪਹਿਲ ਕਰ ਲਓ। ਫਿਰ ਜਗਮੀਤ ਬਰਾੜ ਦਾ ਆਪਣੀ ਸੋਚ ਹੋ ਸਕਦੀ ਹੈ, ਮੈਂ ਉਹਦੀ ਸੋਚ ਬਾਰੇ ਤਾਂ ਕੁਝ ਨਹੀਂ ਹੋ ਸਕਦਾ। ਉਹ ਤਾਂ ਜਗਮੀਤ ਹੀ ਦੱਸ ਸਕਦਾ ਇਹਦੇ ਬਾਰੇ। ਹਰ ਬੰਦੇ ਦੀ ਮੈਂ ਕਿਹਾ ਵੱਖਰੀ ਵੱਖਰੀ ਰਾਏ ਹੈ, ਮੇਰੀ ਆਪਣੀ ਰਾਏ ਹੈ। ਮੈਂ ਕਹਿੰਦਾ ਵੀ ਸਾਨੂੰ ਇਦੋਂ ਵਧੀਆ ਪ੍ਰਧਾਨ ਮਿਲ ਨਹੀਂ ਸਕਦਾ। ਜੇ ਇਦੋਂ ਵਧੀਆ ਕੋਈ ਹੋਏਗਾ ਤਾਂ ਵਿਚਾਰਾਂਗੇ, ਜਦੋਂ ਇਦੋਂ ਵਧੀਆ ਹਲੇ ਕੋਈ ਪਾਰਟੀ ਦੇ ਵਿੱਚ ਹੈ ਹੀ ਨਹੀਂ, ਫਿਰ ਵਿਚਾਰ ਕਾਹਦਾ? ਜਗਮੀਤ ਬਰਾੜ ਦੀ ਆਪਣੀ ਸੋਚ ਆ, ਉਹਨੂੰ ਕੀ ਸੋਚ ਆ ਸੁਖਬੀਰ ਜੀ ਬਾਰੇ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਬਾਗੀ ਧੜਾ ਪਹਿਲਾਂ ਕਾਂਗਰਸ ਦੇ ਵਿੱਚ ਵੀ ਸਰਗਰਮ ਹੋਇਆ, ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਗਈ। ਤੇ ਜੇ ਗੱਲ ਕਰੀਏ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਇਹਾਲੀ ਦੀ ਜੇ ਗੱਲ ਕਰ ਲਈਏ, ਜਾਂ ਗੁਰਪ੍ਰਤਾਪ ਵਡਾਲਾ ਦੀ ਗੱਲ ਕਰ ਲਈਏ, ਪ੍ਰੇਮ ਸਿੰਘ ਚੰਦੂ ਮਾਜਰਾ, ਕਿਤੇ ਨਾ ਕਿਤੇ ਨਾਰਾਜ਼ਗੀਆਂ ਤਾਂ ਹੈਗੀਆਂ। ਜਾਂ ਜਗਮੀਤ ਬਰਾੜ ਨੇ ਜਿਵੇਂ ਚਿੱਠੀ ਲਿਖੀ, ਉਹਨਾਂ ਨੇ ਕਿਤੇ ਕਿਹਾ ਵੀ ਤੁਸੀਂ ਉਹਨਾਂ ਦਾ ਮੈਨੂੰ ਬਿਆਨ ਕਢਾ ਦਿਓ ਜਿਨ੍ਹਾਂ ਦੇ ਤੁਸੀਂ ਨਾਂ ਲੈਂਦੇ, ਚਾਹੇ ਆਪਣਾ ਉਜਾਲੀ ਸਾਹਿਬ ਹੈ, ਚਾਹੇ ਵਡਾਲਾ ਸਾਹਿਬ ਹੈ, ਚਾਹੇ ਚੰਦੂ ਮਾਜਰਾ ਸਾਹਿਬ ਹੈ। ਉਹਨਾਂ ਨੇ ਕਿਹਾ ਹੋਵੇ ਸੁਖਬੀਰ ਬਾਦਲ ਪ੍ਰਧਾਨਗੀ ਛੱਡੇ, ਕੱਢੋ ਕਿਤੇ, ਕਿਤੇ ਕੱਢ ਕੇ ਵਿਖਾਓ ਮੈਨੂੰ ਨਾ। ਜਾਂ ਉਹਨਾਂ ਨੇ ਕਿਹਾ ਹੋਵੇ ਅਸੀਂ ਸੁਖਬੀਰ ਜੀ ਨੂੰ ਪ੍ਰਧਾਨ ਨਹੀਂ ਮੰਨਦੇ, ਜਾਂ ਇਹਨੂੰ ਛੱਡ ਦੇਣਾ ਚਾਹੀਦਾ। ਵੇਖੋ, ਇਹ ਗੱਲ ਕਹਿੰਦੇ ਉਹ ਅਸੀਂ ਅਕਾਲੀ ਦਲ ਤਕੜਾ ਕਰਦੇ ਹਾਂ, ਅਸੀਂ ਕਿਹੜਾ ਪਾਸੇ ਹਾਂ? ਤੇ ਫਿਰ ਜੇ ਫਿਰ ਉਹਦੇ 'ਚ ਅਕਾਲੀ ਦਲ ਤਕੜਾ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ। ਜੇ ਕੋਈ ਬੰਦਾ ਅਕਾਲੀ ਦਲ ਤਕੜਾ ਕਰਨ ਦੀ ਰਾਏ ਦਿੰਦਾ ਹੈ ਤੇ ਮਾੜਾ ਕੀ ਕਰਦਾ? ਮੈਨੂੰ ਤਾਂ ਕੋਈ ਲੱਗਦੀ ਨਹੀਂ ਕੋਈ ਮਾੜੀ ਰਾਏ ਦਿੰਦਾ। ਤੇ ਕਿਤੇ ਵੀ ਨਹੀਂ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਵੀ ਸੁਖਬੀਰ ਬਾਦਲ ਗੱਦੀ ਛੱਡੇ, ਪ੍ਰਧਾਨ ਜੀ ਗੱਦੀ ਛੱਡਣ, ਜਾਂ ਕੋਈ ਹੋਰ ਪ੍ਰਧਾਨ ਬਣਾਓ, ਕਦੇ ਵੀ ਨਹੀਂ ਕਿਹਾ। ਨਾ ਉਹਨਾਂ ਨੇ ਕਦੇ ਆਪਣੇ ਆਪ ਨੂੰ ਪੇਸ਼ ਕੀਤਾ ਵੀ ਅਸੀਂ ਪ੍ਰਧਾਨਗੀ ਦੇ ਦਾਅਵੇਦਾਰ ਹਾਂ, ਕਦੇ ਵੀ ਨਹੀਂ। ਉਜਾਲੀ ਸਾਹਿਬ ਨੇ ਵੀ ਕਿਹਾ ਮੈਂ ਕੋਈ ਦਾਅਵੇਦਾਰ ਨਹੀਂ ਪ੍ਰਧਾਨਗੀ ਦਾ, ਤੇ ਫਿਰ ਕਾਹਦਾ ਰੌਲਾ? ਫਿਰ ਜਿਸ ਤਰੀਕੇ ਦੇ ਨਾਲ ਇਆਲੀ ਹੋਰਾਂ ਨੇ ਰਿਐਕਟ ਕੀਤਾ, ਵੀਡੀਓਜ਼ ਅਪਲੋਡ ਕੀਤੀਆਂ, ਕਿਵੇਂ ਦੇਖਦੇ ਹੋ ਉਹਨਾਂ ਵੀਡੀਓਜ਼ ਨੂੰ? ਕਾਹਦੀਆਂ ਵੀਡੀਓ ਕੀਤੀਆਂ? ਫੇਸਬੁੱਕ ਤੇ ਲਾਈਵ ਹੋ ਕੇ ਰਾਸ਼ਟਰਪਤੀ ਚੋਣ ਨੂੰ ਲੈ ਕੇ ਕਿਤੇ ਨਾ ਕਿਤੇ। ਵੋਟ ਪਾਉਣ, ਬਸ ਇਹ ਦੋ ਚੋਣਾਂ ਇਹੋ ਜਿਹੀਆਂ ਹੁੰਦੀਆਂ ਦੇਸ਼ ਦੇ ਵਿੱਚ, ਇੱਕ ਰਾਸ਼ਟਰਪਤੀ ਦੀ, ਇੱਕ ਉਪ ਰਾਸ਼ਟਰਪਤੀ ਦੀ। ਉਹਦੇ 'ਚ ਵਿਪ ਨਹੀਂ ਜਾਰੀ ਕੀਤਾ ਜਾ ਸਕਦਾ, ਨਾ ਕਿਸੇ ਨੂੰ ਮਜਬੂਰ ਕੀਤਾ ਜਾ ਸਕਦਾ ਵੋਟ ਪਾਉਣ ਵਾਸਤੇ। ਉਹ ਹਰ ਬੰਦੇ ਦੀ ਆਪਣੀ ਮੌਜ ਹੈ, ਜਿਹਨੂੰ ਮਰਜ਼ੀ ਪਾ ਸਕਦਾ ਵੋਟ। ਪਾਰਟੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੀ ਕਿਸੇ ਖਿਲਾਫ ਦੇ। ਤੇ ਨਾਲੇ ਸਾਨੂੰ ਕੀ ਹੈਗਾ ਇਸ ਗੱਲ ਤੇ, ਜੇ ਉਹਦੇ ਮਨ 'ਚ ਨਹੀਂ ਮੰਨਿਆ ਵੋਟ ਪਾਉਣ ਨੂੰ, ਤਾਂ ਚਲ ਫਿਰ ਕੀ ਹੋ ਗਿਆ, ਨਹੀਂ ਪਾਈ ਉਹਨੇ ਵੋਟ ਆਪਣੀ। ਇੱਥੇ ਕੋਈ ਵਿਪ, ਇੱਥੇ ਕਿਹੜਾ ਵਿਪ ਜਾਰੀ ਕੀਤਾ ਸੀ ਸਾਡਾ ਵੀ ਉਹਨੇ ਵਿਪ ਦੀ ਲੰਘਣਾ ਕੀਤੀ ਹੈ? ਇਹ ਤਾਂ ਹਰ ਇਹ ਦੋ ਚੋਣਾਂ ਦੇ ਵਿੱਚ ਖੁੱਲ੍ਹਾ ਛੱਡਿਆ ਲੋਕਾਂ ਵਾਸਤੇ। ਹਾਂ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਕਿ ਪਾਰਟੀ ਕਮਜ਼ੋਰ ਹੋਈ ਹੈ ਪਿਛਲੇ ਕਈ ਸਾਲਾਂ ਦੇ ਵਿੱਚ। ਔਨ ਦੀ ਰਿਕਾਰਡ ਇੱਕ ਇੰਟਰਵਿਊ ਦੇ ਵਿੱਚ ਬਲਵਿੰਦਰ ਭੁੰਦੜ ਹੋਰਾਂ ਨੇ ਮੰਨਿਆ ਕਿ ਪਿਛਲੇ ਜਿਹੜੇ 10 ਸਾਲ ਸੀਗੇ, ਜਿਹੜਾ 10 ਸਾਲ ਦਾ ਰਾਜ ਸੀਗਾ, ਕਿਤੇ ਨਾ ਕਿਤੇ ਉਸ ਰਾਜ ਨੇ ਵੀ ਕਮਜ਼ੋਰ ਕੀਤਾ, ਸੱਤਾ ਨੇ ਕਮਜ਼ੋਰ ਕੀਤਾ। ਨਹੀਂ ਵੇਖੋ, ਜੇ ਆਪਾਂ ਸੱਤਾ 'ਚੋਂ ਪਾਸੇ ਹੋ ਰਹੇ ਹਾਂ, ਥੋੜ੍ਹੀ ਬਹੁਤੀ ਕਿਤੇ ਕਮਜ਼ੋਰੀ ਤਾਂ ਆਉਂਦੀ ਹੈ ਨਾ। ਸੱਤਾ 'ਚੋਂ ਪਾਸੇ ਤਾਂ ਹੀ ਹੁੰਦੇ ਆ ਨਾ। 12 'ਚ ਠੀਕ ਸੀ, ਆਪਾਂ ਦੁਬਾਰਾ ਆ ਗਏ 12 'ਚ। ਜੇ 17 'ਚ ਆਪਣਾ ਨਹੀਂ ਠੀਕ ਸੀ ਤਾਂ ਆਪਾਂ ਨਹੀਂ ਆਏ। ਸੋ ਪਾਰਟੀ ਇਸ ਗੱਲ ਤੋਂ ਜੇ ਕੋਈ ਮੈਂ ਲਕੋਵਾਂ ਵੀ ਨਹੀਂ ਕਮਜ਼ੋਰ ਹੋਈ, ਪਾਰਟੀ ਤਾਂ ਬਹੁਤ ਤਕੜੀ ਹੈ। ਜਦੋਂ ਅਸੀਂ ਹਾਰ ਗਏ, ਕਮਜ਼ੋਰ ਤਾਂ ਹੋਏ ਹੀ ਹੈ। ਤੇ ਹੁਣ ਕਮਜ਼ੋਰੀ ਨੂੰ ਦੂਰ ਕਰਕੇ ਪਾਰਟੀ ਨੂੰ ਤਕੜੀ ਕਰਨਾ ਨਾ। ਜਦੋਂ ਕੋਈ ਵੀ ਪਾਰਟੀ ਹਾਰਦੀ ਹੈ, ਅਕਾਲੀ ਦਲ ਦੀ ਗੱਲ ਨਹੀਂ, ਹੁਣ ਕਾਂਗਰਸ ਆ ਰਹੀ ਹੈ, ਕਮਜ਼ੋਰ ਤਾਂ ਉਹ ਵੀ ਹੋਈ ਹੈ। ਕਮਜ਼ੋਰ ਕਿਹਨੇ ਕੀਤਾ? ਅਕਾਲੀ ਦਲ ਨੂੰ ਕਮਜ਼ੋਰ ਕਿਹਨੇ ਕੀਤਾ? ਸੀਟਾਂ ਤੋਂ ਲੈ ਕੇ ਥੱਲੇ ਕਾਂਗਰਸ ਪਾਰਟੀ ਵੀ 17 ਸੀਟਾਂ ਤੇ ਆ ਗਈ, ਤਾਂ ਉਹ ਵੀ ਕਮਜ਼ੋਰ ਤਾਂ ਹੋਈ ਹੈ ਨਾ। ਇਹ ਨਹੀਂ ਆਪਾਂ ਜਦੋਂ ਲੋਕਾਂ ਦਾ ਫਤਵਾ ਉਲਟ ਜਾਂਦਾ ਕਿਸੇ ਪਾਰਟੀ ਦੇ, ਉਹਦੇ ਹੁਣ ਆ 3 ਮਹੀਨਿਆਂ 'ਚ ਇਹਨਾਂ ਦੀਆਂ ਵੋਟਾਂ ਸੰਗਰੂਰ 'ਚ ਕੀ ਹਾਲ ਹੋ ਗਿਆ? 3 ਮਹੀਨਿਆਂ ਬਾਅਦ ਹੀ ਜਿਹੜੇ 6.5 ਲੱਖ ਵੋਟਾਂ ਦਾ ਫਰਕ ਸੀ, ਤੇ 3 ਮਹੀਨਿਆਂ 'ਚ ਹਾਰ ਗਏ ਉਹ ਚੋਣ ਉੱਥੋਂ। ਸੋ ਇਹ ਲੋਕਾਂ ਦੀ ਮਰਜ਼ੀ ਹੈ, ਲੋਕ ਮਾਲਕ ਨੇ, ਚਾਹੇ ਕਿਸੇ ਨੂੰ ਜਿਤਾਉਣ ਕਿਸੇ ਨੂੰ ਹਰਾਉਣ, ਇਹਦੇ 'ਚ ਕੋਈ ਕੁਝ ਨਹੀਂ ਕਰ ਸਕਦਾ। ਕੰਮ ਕਰਨਾ ਹੁੰਦਾ ਜ਼ੋਰ ਲਾ ਕੇ ਤਨੋਂ ਮਨੋਂ। ਕੰਮ ਜਿੰਨੇ ਪੰਜਾਬ ਦੇ ਅਸੀਂ ਕੀਤੇ ਹੈ, ਮੈਂ ਅੱਜ ਵੀ ਚੈਲੰਜ ਕਰਦਾ, ਸਾਡਾ ਕੋਈ ਮੁਕਾਬਲਾ ਨਹੀਂ, ਸਾਡੇ ਨਾਲ ਕਿਸੇ ਦੇ ਕੰਮ ਭਿੜ ਨਹੀਂ ਸਕਦੇ। ਜਿਹੜੇ ਮਰਜ਼ੀ ਤੁਸੀਂ ਸਿਆਣੇ ਬੰਦੇ ਬਹਿ ਜਾਓ, ਲਿਖਣ ਲੱਗ ਜਾਓ ਕਲਮ ਦੁਆਤ ਲੈ ਕੇ, ਕਿਹੜੇ ਸਮੇਂ 'ਚ ਕਿਹੜੇ ਕੰਮ ਹੋਏ ਤੇ ਕਿੰਨੇ ਹੋਏ। ਸਾਡੇ ਕੰਮਾਂ ਦੇ ਕਿਸੇ ਦੇ ਕੰਮ ਨੇੜੇ ਤੇੜੇ ਵੀ ਨਹੀਂ ਆਉਣਗੇ, ਪਰ ਫਿਰ ਵੀ ਫੈਸਲਾ ਤਾਂ ਲੋਕਾਂ ਦਾ। ਜੋ ਲੋਕਾਂ ਦਾ ਫੈਸਲਾ ਉਹ ਖਿੜੇ ਮੱਥੇ ਪ੍ਰਵਾਨ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਕਿ ਰਾਜ ਸੱਤਾ ਨੂੰ ਛੱਡ ਕੇ ਪ੍ਰਚਾਰ ਕਰਨ ਜਾਣਾ ਚਾਹੀਦਾ ਜਥੇਦਾਰਾਂ ਨੂੰ ਪਿੰਡਾਂ ਦੇ ਵਿੱਚ, ਅਕਾਲੀ ਦਲ ਦੇ ਜਥੇਦਾਰਾਂ ਨੂੰ। ਨਹੀਂ, ਅਕਾਲੀ ਦਲ ਧਰਮ ਨਾਲ ਜੁੜੀ ਹੋਈ ਪਾਰਟੀ ਹੈ, ਕਿਉਂਕਿ ਅਕਾਲੀ ਦਲ ਨੂੰ ਦੀ ਜਿਹੜੀ ਸਿਰਜਣਾ ਉਹ ਅਕਾਲ ਤਖਤ ਸਾਹਿਬ ਤੋਂ ਹੋਈ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਤਲਵਾਰਾਂ ਮੀਰੀ ਪੀਰੀ ਦੀਆਂ ਪਹਿਲੀਆਂ ਸੀ। ਉਹ ਕਹਿੰਦੇ ਧਰਮ ਤੇ ਸਿਆਸਤ ਦੋਨੇ ਚੱਲਣਗੇ, ਪਰ ਧਰਮ ਉੱਪਰ ਹੋਏਗਾ, ਸਿਆਸਤ ਥੱਲੇ ਹੋਏਗੀ, ਤਾਂ ਕਿ ਰਾਜਾ ਜਿਹੜਾ ਉਹ ਰਾਜ ਕਰੇ ਉਹ ਧਰਮ ਤੋਂ ਡਰ ਕੇ ਰਵੇ, ਗਲਤ ਕੰਮ ਨਾ ਕਰੇ।
ਸੋ ਉਸ ਪਾਲਿਸੀ ਤੇ ਪਾਰਟੀ ਚੱਲਦੀ ਹੈ। ਸਾਡਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਧਰਮ ਪ੍ਰਚਾਰ ਵਾਸਤੇ ਹੀ ਰੱਖੀ ਹੈ, ਸਿੱਖੀ ਦੇ ਪ੍ਰਸਾਰ ਵਾਸਤੇ ਹੀ ਰੱਖੀ ਹੈ। ਫੰਡ ਕੱਢਦੇ ਆ, ਕਿੰਨੇ ਖਰਚੇ ਕਰਦੇ ਆ, ਕਿੰਨੇ ਬੰਦੇ ਰੱਖੇ ਆ ਧਰਮ ਪ੍ਰਚਾਰ ਕਰਨ ਵਾਸਤੇ। ਅਕਾਲੀ ਦਲ ਦੇ ਵਰਕਰ ਵੀ ਜਿੰਨਾ ਜਥਾਯੋਗ ਜਿੰਨਾ ਉਹਨਾਂ ਦਾ ਹੈਗਾ, ਉਹ ਵੀ ਸਿੱਖੀ ਦੇ ਪ੍ਰਚਾਰ ਨੂੰ, ਅਕਾਲੀ ਦਲ ਨੂੰ ਤਕੜਾ ਕਰਨ ਦੀ ਖਾਤਰ ਕਰਦੇ ਹੀ ਰਹਿੰਦੇ ਨੇ, ਹਰ ਵੇਲੇ ਲੱਗੇ ਰਹਿੰਦੇ ਨੇ। ਪ੍ਰਧਾਨ ਜਾਣਗੇ ਪ੍ਰਚਾਰ ਕਰਨ? ਸ੍ਰੀ ਸਾਹਿਬ ਕਿਤੇ ਨਾ ਕਿਤੇ ਉਹ ਤੁਹਾਨੂੰ ਕਦੋਂ ਕਿਹਾ ਵੀ ਪ੍ਰਧਾਨ ਜੀ ਨਹੀਂ ਕਰਦੇ? ਪਹਿਲਾਂ ਪ੍ਰਧਾਨ ਜੀ ਹਰੇਕ ਸਟੇਜ ਤੋਂ ਕਰਦੇ ਆ ਪ੍ਰਚਾਰ, ਹਰੇਕ ਥਾਂ ਤੋਂ ਬੋਲਦੇ ਵੀ ਅਕਾਲੀ ਦਲ ਨੂੰ ਤਕੜਾ ਕਰੋ, ਅਕਾਲੀ ਦਲ ਨੂੰ ਤਕੜਾ ਕਰੋ, ਸਿੱਖੀ ਨੂੰ ਤਕੜਾ ਕਰੋ। ਵੇਖੋ ਹੱਦਾਂ ਹੈ ਹਰ ਚੀਜ਼ ਦੀਆਂ। ਸਿਸਟਮ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਦੇ 'ਚ ਹੱਦਾਂ 'ਚ ਰਹਿ ਕੇ ਹੀ ਚੱਲਿਆ ਜਾਂਦਾ ਹੈ। ਜਿਹੜੇ ਇਕੱਲੇ ਧਰਮ ਪ੍ਰਚਾਰ ਤੇ, ਜਿਵੇਂ ਸ਼੍ਰੋਮਣੀ ਕਮੇਟੀ ਹੈ ਸਾਡੀ, ਉਹ ਇਕੱਲੇ ਧਰਮ ਪ੍ਰਚਾਰ ਤੇ ਉਹਨਾਂ ਨੂੰ ਖੁੱਲੀ ਛੁੱਟੀ ਹੈ, ਉਹ ਜੋ ਮਰਜ਼ੀ ਕਰ ਸਕਦੇ ਨੇ। ਜਿਵੇਂ ਬੀਜੇਪੀ ਹੈ, ਬੀਜੇਪੀ ਗਵਰਨਮੈਂਟ ਸਿੱਧਾ ਨਹੀਂ ਕਰ ਸਕਦੀ ਓਪਨਲੀ ਹਿੰਦੂ ਧਰਮ ਦੇ ਵਾਸਤੇ, ਉਹਨਾਂ ਦਾ ਆਰਐਸਐਸ ਹੈਗਾ ਉਹ ਕਰਦੀ ਹੈ। ਇਵੇਂ ਮੁਸਲਮਾਨਾਂ ਦਾ ਆਪਦਾ ਹੈਗਾ। ਸੋ ਹਰ ਗੱਲ ਧਰਮ ਦੀ ਕੋਈ ਵੱਖਰੀ ਲਾਈਨ ਹੁੰਦੀ ਹੈ, ਜਥੇਬੰਦੀ ਉਹ ਕਰਦੀ ਰਹਿੰਦੀ ਹੈ। ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਆ ਉਹ ਕਿਉਂਕਿ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਉਹਨੇ। ਜਿੰਨੇ ਲੋਕ ਜਿੰਨੇ ਧਰਮ ਦੇ ਲੋਕ ਆ, ਜਿੰਨੇ ਵੱਖ-ਵੱਖ ਧਰਮ, ਹੁਣ ਪੰਜਾਬ ਹੈ ਇਹਦੇ 'ਚ ਈਸਾਈ ਵੀ ਨੇ, ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਸਿੱਖ ਵੀ ਨੇ, ਸਾਰੇ ਧਰਮਾਂ ਦੇ ਲੋਕ ਨੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਇੱਥੇ ਫਿਰ ਕੱਟੜਵਾਦ ਨਾਲ ਤਾਂ ਗੱਲ ਨਹੀਂ ਚੱਲਦੀ। ਸਾਰਿਆਂ ਨੂੰ ਨਾਲ ਲੈ ਕੇ ਸਰਕਾਰ ਬਣਾਉਣੀ ਹੈ, ਸਾਰਿਆਂ ਦਾ ਦੁੱਖ ਸੁੱਖ ਸੁਣਨਾ, ਸਾਰਿਆਂ ਦੀ ਗੱਲ ਸੁਣਨੀ ਹੈ, ਸਾਰਿਆਂ ਨੂੰ ਬਣਦਾ ਮਾਨ ਸਤਿਕਾਰ ਦੇਣਾ, ਫਿਰ ਉਸ ਹਿਸਾਬ ਨਾਲ ਚੱਲਣਾ ਹੁੰਦਾ ਇੱਥੇ। ਜਥੇਦਾਰ ਕਹਿੰਦੇ ਕਿ ਪੰਥਕ ਝੰਡਾ ਕਿਤੇ ਨਾ ਕਿਤੇ ਗਵਾਚ ਗਿਆ, ਪੰਥਕ ਝੰਡਾ ਚੱਕ ਲਓ, ਰਾਜ ਮਿਲ ਜੂਗਾ। ਪੰਥਕ ਝੰਡਾ, ਜਿਵੇਂ ਲੌਂਗੋਵਾਲ ਪ੍ਰਧਾਨ ਰਹੇ ਆ, ਤੁਸੀਂ ਕਿਹਾ ਕਿ ਇੱਕ ਪੰਥ ਦੀ ਗੱਲ, ਲੌਂਗੋਵਾਲ ਪ੍ਰਧਾਨ ਰਹੇ ਆ ਜਾਂ ਹੋਰ ਪ੍ਰਧਾਨ ਰਹੇ ਆ, ਕਿਤੇ ਨਾ ਕਿਤੇ ਉਹ ਸ੍ਰੀ ਸਾਹਿਬ ਗਾਇਬ ਹੋ ਗਈ ਜਾਂ ਉਹ ਪੰਥਕ ਝੰਡਾ ਵਲਟੋਆ ਵੀ ਕਹਿੰਦੇ ਨੇ। ਨਾ ਸ੍ਰੀ ਸਾਹਿਬ ਗਾਇਬ ਹੋਈ ਹੈ, ਨਾ ਪੰਥਕ ਝੰਡਾ ਗਾਇਬ ਹੋਇਆ। ਪੰਥਕ ਝੰਡਾ ਵੀ ਬੁਲੰਦ ਹੈ, ਸ੍ਰੀ ਸਾਹਿਬ ਵੀ ਬੁਲੰਦ ਹੈ, ਕੋਈ ਦੋਨੇ ਚੀਜ਼ਾਂ ਨਹੀਂ ਗਾਇਬ ਹੋਈਆਂ। ਜੇ ਕੋਈ ਕਿਸੇ ਨੂੰ ਕੋਈ ਸ਼ੰਕਾ ਹੈ ਕਿਸੇ ਗੱਲ ਦੀ ਤਾਂ ਉਹਨਾਂ ਨੂੰ ਬਹਿ ਕੇ ਦੂਰ ਕਰ ਲੈਣੀ ਚਾਹੀਦੀ ਹੈ। ਮੇਰੀ ਸਮਝ ਤਾਂ ਦੋਨੇ ਚੀਜ਼ਾਂ ਕਾਇਮ ਨੇ, ਕੋਈ ਚੀਜ਼ ਨਹੀਂ। ਨਾ ਪੰਥਕ ਝੰਡਾ ਗਾਇਬ ਹੋਇਆ, ਨਾ ਪੰਥਕ ਝੰਡਾ ਗਾਇਬ ਹੋਵੇ। ਬੰਦਿਆਂ ਨੇ ਤਾਂ ਆਉਂਦੇ ਜਾਂਦੇ ਰਹਿਣਾ ਹੁੰਦਾ। ਪੰਥਕ ਝੰਡਾ ਕਦੇ ਨਹੀਂ ਗਾਇਬ ਹੁੰਦਾ, ਨਾ ਸ੍ਰੀ ਸਾਹਿਬ ਗਾਇਬ ਹੋਵੇ। ਸ੍ਰੀ ਸਾਹਿਬ ਵੀ ਗੁਰੂਆਂ ਦੀ ਬਣਾਈ ਹੋਈ ਹੈ, ਪੰਥ ਦਾ ਝੰਡਾ ਵੀ ਸੰਗਤਾਂ ਦਾ ਝੰਡਾ, ਗੁਰੂਆਂ ਦੀ ਦੇਣ ਹੈ, ਕਦੇ ਨਹੀਂ ਗਾਇਬ ਹੋਏਗਾ। ਇਹ ਐਵੇਂ ਲੋਕਾਂ ਨੂੰ ਭੁਲੇਖੇ ਨਹੀਂ ਪਾਉਣੇ ਚਾਹੀਦੇ, ਇਹ ਨਹੀਂ ਗਾਇਬ ਹੋਏਗਾ ਕਦੇ। ਬੈਠਕ ਕਦੋਂ ਹੋਣ ਜਾ ਰਹੀ ਹੈ ਕਮੇਟੀ ਦੀ? ਨਹੀਂ, ਕਮੇਟੀ ਜਿਹੜੀ ਸਾਡੀ ਕਮੇਟੀ ਦੀ ਬੈਠਕ ਤਾਂ ਉਦੋਂ ਹੀ ਹੋਏਗੀ ਜਦੋਂ ਸਾਡੇ ਕੋਲ ਕੋਈ ਸ਼ਿਕਾਇਤ ਆਏਗੀ। ਐਵੇਂ ਤਾਂ ਫਿਰ ਅਸੀਂ ਕਾਹਦੀ ਬੈਠਕ ਕਰਨੀ? ਜਦੋਂ ਸਾਡੇ ਕੋਲ ਕੋਈ ਸ਼ਿਕਾਇਤ ਆ ਜਾਏਗੀ ਜਾਂ ਸਾਨੂੰ ਕੋਈ ਅਖਬਾਰਾਂ ਦੇ ਵਿੱਚ ਲੱਗੇਗਾ ਕਿ ਹੁਣ ਜ਼ਿਆਦਾ ਨੁਕਸਾਨ ਹੁੰਦਾ ਪਾਰਟੀ ਦਾ, ਕੋਈ ਬੰਦਾ ਲੋੜ ਦੀਆਂ ਹੱਦਾਂ ਟੱਪਦਾ, ਉਦੋਂ ਅਸੀਂ ਕੋਈ ਗਾਹਾਂ ਵਾਲੀ ਕਾਰਵਾਈ ਕਰਾਂਗੇ। ਐਵੇਂ ਅਸੀਂ ਜਦੋਂ ਲੋੜ ਹੋਈ ਮੀਟਿੰਗ ਤਾਂ ਕਿਸੇ ਕੰਮ ਦੀ ਖਾਤਰ ਹੀ ਕੀਤੀ ਜਾਂਦੀ ਹੈ। ਕੰਮ ਹਲੇ ਤਾਂ ਕੋਈ ਹੈ ਨਹੀਂ ਪਾਰਟੀ ਕੋਲੇ। ਆਈਟੀ ਵਿੰਗ ਵਾਲੇ ਨਛੱਤਰ ਕਹਿੰਦੇ ਜਗਮੀਤ ਬਰਾੜ ਨੂੰ ਪਾਰਟੀ ਚੋਂ ਕੱਢ ਦਿਓ, ਪੋਸਟ ਪਾ ਕੇ ਡਿਲੀਟ ਕਰਤੀ। ਨਹੀਂ, ਉਹ ਫਿਰ ਐਵੇਂ ਉਹ ਤਾਂ ਉਹਨਾਂ ਨੂੰ ਪੁੱਛੋ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਹੈਗਾ। ਉਹਨਾਂ ਕੋਲ ਨਾ ਕਿਸੇ ਹੋਰ ਬੰਦੇ, ਇਹ ਵੇਖੋ ਆਮ ਬੰਦਿਆਂ ਨੂੰ ਜਿਹੜੇ ਬੰਦੇ ਨੂੰ ਜਿਹੜੇ ਡਿਊਟੀ ਲੱਗੀ ਉਹਨੂੰ ਉੱਥੇ ਹੀ ਕੰਮ ਕਰਨਾ ਚਾਹੀਦਾ। ਉਹਨਾਂ ਨੂੰ ਇਹ ਨਹੀਂ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਕੰਮ ਪਾਰਟੀ ਦਾ, ਪਾਰਟੀ ਨੇ ਵੇਖਣਾ ਕੀ ਕਰਨਾ ਕੀ ਨਹੀਂ ਕਰਨਾ, ਕਿਹਨੂੰ ਕਿੱਥੇ ਫਿੱਟ ਕਰਨਾ। ਇਹ ਪਾਰਟੀ ਦੇ ਕੰਮ ਆ, ਪਾਰਟੀ ਵੇਖੂਗੀ ਇਹਨਾਂ ਕੰਮਾਂ। ਜਗਮੀਤ ਬਰਾੜ ਕਹਿੰਦੇ ਕਿ ਲੋਕ ਨਿੱਜੀ ਕਿਹੜਾਂ ਕੱਢ ਰਹੇ ਆ, ਉਹ ਬੰਦ ਹੋਣੀਆਂ ਚਾਹੀਦੀਆਂ। ਇਹ ਤਾਂ ਉਹਨੂੰ ਪਤਾ ਹੋਊ, ਉਹਨੂੰ ਦੱਸਣਾ ਚਾਹੀਦਾ, ਪਾਰਟੀ ਦੇ ਵਿੱਚ ਬਹਿ ਕੇ ਦੱਸਣਾ ਚਾਹੀਦਾ। ਪਾਰਟੀ ਦੇ ਵਿੱਚ ਤਾਂ ਉਹਨਾਂ ਨੇ ਕਦੇ ਨਹੀਂ ਇਹੋ ਜਿਹੀ ਗੱਲ ਕੀਤੀ ਵੀ ਕੋਈ ਨਿੱਜੀ ਕਿੜ ਕੱਢਦੇ ਆ, ਨਾ ਉਹਦੇ ਨਾਲ ਕਿਸੇ ਨੇ ਕਿੜ ਕੱਢੀ ਹੈ ਨਿੱਜੀ ਬਰਾੜ ਸਾਹਿਬ ਨਾਲ। ਸੋ ਜੇ ਕੋਈ ਉਹਨਾਂ ਦੇ ਮਨ ਦੇ ਵਿੱਚ ਗੱਲ ਹੈਗੀ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਰੱਖ ਦੇਣੀ ਚਾਹੀਦੀ ਹੈ ਕਿ ਹਰ ਮੀਟਿੰਗ ਦੇ ਵਿੱਚ ਉਹ ਹਾਜ਼ਰ ਹੁੰਦੇ ਨੇ, ਉਹਨਾਂ ਨੂੰ ਉੱਥੇ ਰੱਖਣੀ ਚਾਹੀਦੀ ਹੈ ਮੀਟਿੰਗ ਦੇ ਵਿੱਚ। ਜੇ ਕੋਈ ਹੈਗੀ, ਬਾਹਰ ਨਹੀਂ ਕਰਨੀ ਚਾਹੀਦੀ। ਮੈਂ ਕਹਿੰਦਾ ਵੀ ਜੋ ਵੀ ਮਸਲਾ ਹੈ, ਜੋ ਵੀ ਤਕਲੀਫ ਹੈ, ਪਾਰਟੀ ਦਾ ਫੋਰਮ ਹੈ ਤੁਹਾਡਾ, ਉੱਥੇ ਖੁੱਲ੍ਹ ਕੇ ਰੱਖੋ, ਕੋਈ ਬੈਨ ਨਹੀਂ, ਖੁੱਲ੍ਹ ਕੇ ਰੱਖਦੇ ਆ ਬੜੇ ਦਲੇਰੀ ਨਾਲ, ਬਹੁਤ ਬੰਦੇ ਵਿੱਚ ਰੱਖਦੇ ਆ ਆਪਦੇ ਮਸਲੇ। ਤੇ ਬਾਹਰ ਜਿਹੜਾ ਕਰਨਾ ਉਹ ਨਹੀਂ ਚੰਗਾ ਹੁੰਦਾ। ਬਾਹਰ ਤਾਂ ਫਿਰ ਐਵੇਂ ਪ੍ਰਚਾਰ ਕਰਨਾ, ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਬਾਹਰ ਨਹੀਂ ਕਰਨਾ ਚਾਹੀਦਾ। ਵਿਦਨ ਪਾਰਟੀ ਜੋ ਤੁਹਾਡੇ ਢਿੱਡ 'ਚ ਆ ਉਹ ਰੱਖੋ, ਕੋਈ ਡਰ ਨਹੀਂ, ਹਰ ਬੰਦੇ ਦਾ ਰਾਈਟ ਹੈ, ਰੱਖਣਾ ਚਾਹੀਦਾ। ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੋਸ਼ਿਸ਼ਾਂ ਹੋ ਰਹੀਆਂ? ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਮੇਟੀ ਬਣਾਈ ਹੈ, ਜੇ ਝੁੰਦਾ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਗੱਲਬਾਤ ਹੋਈ ਹੋਊਗੀ। ਤੁਸੀਂ ਬੜੀ ਛੇਤੀ ਵੇਖੋਗੇ, ਬੜੀਆਂ ਸਾਰੀਆਂ ਜਿਹੜੀਆਂ ਮੈਂ ਪਹਿਲਾਂ ਵੀ ਕਹਿਤਾ ਕਿ ਜਿਹੜੀ ਝੁੰਦਾ ਕਮੇਟੀ ਹੈ ਉਹਦੀਆਂ ਤਕਰੀਬਨ, ਵੈਸੇ ਤਾਂ ਉਹ ਕਮੇਟੀ ਥੱਲਿਓਂ ਸੁਝਾਅ ਲੈ ਕੇ ਆਉਣ ਵਾਸਤੇ ਸੀ ਕਿ ਲੋਕਾਂ ਦੇ ਮਨ ਦੀਆਂ ਗੱਲਾਂ ਕਿ ਉਹ ਸਾਨੂੰ ਦੱਸੋ। ਫੈਸਲਾ ਤਾਂ ਪਾਰਟੀ ਨੇ ਕਰਨਾ ਹੁੰਦਾ ਵੀ ਕਿਵੇਂ ਕਰਨਾ ਉਹਨਾਂ ਨੂੰ। ਸੋ ਮੈਂ ਇਹ ਫਿਰ ਵੀ ਮਹਿਸੂਸ ਕਰਦਾ ਕਿ ਜਿਹੜੀ ਉਸ ਕਮੇਟੀ ਦੇ ਸੁਝਾਅ ਨੇ ਉਹ ਘੱਟੋ ਘੱਟ 80% ਜ਼ਰੂਰ ਮੰਨੇ ਜਾਣਗੇ। ਤੇ ਜੇ ਕਿਸੇ ਕਮੇਟੀ ਦੇ ਸੁਝਾਅ 80% ਮੰਨੇ ਜਾਣ, ਉਹ ਬਹੁਤ ਹੁੰਦੇ ਆ। ਕਦੇ ਕਿਸੇ ਪਾਰਟੀ ਨੇ ਮੰਨੇ ਨਹੀਂ ਇੰਨੇ ਸੁਝਾਅ। ਤੁਸੀਂ ਵੇਖੋਗੇ ਆਉਣ ਵਾਲੇ ਸਮੇਂ 'ਚ ਬੜੀ ਛੇਤੀ ਲਗਭਗ ਤਕਰੀਬਨ 80% ਸੁਝਾਅ ਜਿਹੜੇ ਉਹ ਪਾਰਟੀ ਦੇ ਮੰਨੇ ਜਾਣਗੇ। ਰੁੱਸਿਆਂ ਨੂੰ ਮਨਾਉਣ ਦੇ ਯਤਨ ਹੋਣਗੇ ਕਿ ਨਹੀਂ? ਪੂਰੇ ਹੁਣ ਵੀ ਕਰ ਰਹੇ ਆ, ਫਿਰ ਵੀ ਯਤਨ ਜਾਰੀ ਰਹਿਣਗੇ। ਹੁਣ ਵੀ ਕਰਦੇ ਆ, ਸਾਡੇ ਪ੍ਰਧਾਨ ਜੀ ਆਪ ਟੈਲੀਫੋਨ ਕਰਦੇ ਆ, ਸੱਦ ਕੇ ਮਿਲਦੇ ਨੇ। ਜੇ ਕਿਸੇ ਦੀ ਲੋੜ ਪਈ ਘਰੇ ਜਾਣ ਦੀ ਤਾਂ ਸਾਨੂੰ ਘਰੇ ਜਾਣ 'ਚ ਵੀ ਕੋਈ ਹੈ ਨਹੀਂ। ਪਾਰਟੀ ਦਾ ਫੋਰਮ ਹੈ, ਪਾਰਟੀ ਜਿਨ੍ਹਾਂ ਬੰਦਿਆਂ ਨੇ ਕੰਮ ਕੀਤਾ, ਜੇ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਹੈ, ਜੇ ਉਹਨਾਂ ਦਾ ਕੋਈ ਰੋਸਾ, ਤੇ ਸਾਡੀ ਡਿਊਟੀ ਅਸੀਂ ਦੂਰ ਕਰੀਏ। ਅੱਜ ਇੱਕ ਲੀਡਰ ਦਿੱਲੀ ਬੈਠਾ ਜਾ ਕੇ, ਮੈਨੂੰ ਨਹੀਂ ਪਤਾ ਹੁਣ ਦਿੱਲੀ ਕੋਈ ਉੱਠ ਗਿਆ ਹੋਊਗਾ। ਹੁਣ ਮੈਨੂੰ ਕਿਹੜਾ ਕੋਈ ਦੱਸ ਕੇ ਜਾਂਦਾ, ਮੈਨੂੰ ਤਾਂ ਨਹੀਂ ਪਤਾ ਵੀ ਕੌਣ ਗਿਆ ਦਿੱਲੀ, ਕੌਣ ਗਿਆ ਦਿੱਲੀ। ਤੁਹਾਡੀ ਨਿਗਾਹ 'ਚ ਮੈਂ ਕੌਣ ਗਿਆ ਲੀਡਰ ਦਿੱਲੀ? ਹੁਣ ਇੰਨੇ ਲੀਡਰਾਂ 'ਚੋਂ
ਨਹੀਂ ਮੈਂ ਤਾਂ ਥੋਥੋਂ ਪੁੱਛਦਾ ਕੌਣ ਗਿਆ, ਮੈਨੂੰ ਦੱਸ ਦਿਓ ਵੀ ਕਿਹੜਾ ਗਿਆ ਦਿੱਲੀ। ਮੇਰੇ ਹੈ ਦੱਸ ਦਿੰਦਾ ਜੀ। ਮੇਰੇ ਧਿਆਨ 'ਚ ਤਾਂ ਕੋਈ ਹੈ ਨਹੀਂਗਾ, ਜੇ ਤੁਹਾਡੀ ਨਿਗਾਹ 'ਚ ਕੋਈ ਹੈਗਾ ਤਾਂ ਚਲੋ ਦਿੱਲੀ ਜਾਣਾ, ਦਿੱਲੀ ਵੀ ਕੋਈ ਕੰਮ ਧੰਦੇ ਵੀ ਜਾ ਸਕਦਾ ਆਪਦੇ, ਆਪਾਂ ਕੋਈ ਇਹ ਨਹੀਂ ਕਹਿੰਦੇ ਵੀ ਦਿੱਲੀ ਜੇ ਕੋਈ ਕੰਮ ਧੰਦੇ ਗਿਆ ਹੋਊਗਾ ਕੋਈ, ਪਰ ਮੈਨੂੰ ਨਹੀਂ ਪਤਾ ਵੀ ਕੋਈ ਗਿਆ ਕਿ ਨਹੀਂ ਗਿਆ। ਅਨੁਸ਼ਾਸਨੀ ਕਮੇਟੀ ਨੂੰ ਲੈ ਕੇ ਜੇ ਗੱਲ ਕਰੀਏ, ਤੁਸੀਂ ਕਿਹਾ ਕਿ ਸ਼ਿਕਾਇਤਾਂ ਆਉਣਗੀਆਂ ਤਾਂ ਉਸ ਤੋਂ ਬਾਅਦ ਜਿਹੜਾ ਮੀਟਿੰਗ ਸੱਦੀ ਜਾਊਗੀ। ਜ਼ਿਲ੍ਹਾ ਜਥੇਦਾਰਾਂ ਦੀ ਪਰਸੋਂ ਮੀਟਿੰਗ ਸੱਦੀ ਗਈ ਹੈ, ਕੀ ਅਗਲੀ ਰੂਪਰੇਖਾ, ਜਿਵੇਂ ਤੁਸੀਂ ਕਿਹਾ ਕਿ ਫਿਰ ਉਹੀ ਗੱਲ, ਫੈਸਲਾ ਕਿਸੇ ਚੀਜ਼ ਤੇ ਹੀ ਕਰਨਾ ਹੋਊ ਨਾ। ਕਮੇਟੀ ਬਣੀ ਹੈ ਅਨੁਸ਼ਾਸਨੀ ਕਿ ਜਿਹੜਾ ਕੋਈ ਅਨੁਸ਼ਾਸਨ ਭੰਗ ਕਰੂ ਉਹਦੀ ਪੜਤਾਲ ਕਰਨੀ, ਤੇ ਜੇ ਹਲੇ ਕਿਸੇ ਨੇ ਭੰਗ ਹੀ ਨਹੀਂ ਕੀਤਾ, ਸਾਡੇ ਕੋਲ ਕੋਈ ਸ਼ਿਕਾਇਤ ਹੀ ਨਹੀਂ ਆਈ ਜਾਂ ਅਖਬਾਰ 'ਚ ਕੋਈ ਗੱਲ ਹੀ ਨਹੀਂ ਆਈ, ਫਿਰ ਅਸੀਂ ਮੀਟਿੰਗ ਕਾਹਦੀ ਕਰਾਂਗੇ। ਮੀਟਿੰਗ ਜੇ ਕਰ ਵੀ ਲਵਾਂਗੇ ਚਾਹ ਪੀ ਕੇ ਉੱਠ ਜਾਾਂਗੇ, ਉੱਥੇ ਕੀ ਕਰਾਂਗੇ ਅਸੀਂ। ਸਾਡੇ ਕੋਲ ਕੋਈ ਪਲੰਦਾ ਆਊਗਾ ਤਾਂ ਉਹਦੇ ਤੇ ਫੈਸਲਾ ਕਰਾਂਗੇ ਨਾ, ਜਦੋਂ ਕੋਈ ਹੈ ਹੀ ਨਹੀਂ। ਜਿਹੜੀ ਮੀਟਿੰਗ ਹੈਗੀ ਹੈ ਜ਼ਿਲ੍ਹੇ ਜਥੇਦਾਰਾਂ ਦੀ ਮੀਟਿੰਗ ਸੱਦੀ ਹੈ ਪਰਸੋਂ, ਹਲਕਾ ਇੰਚਾਰਜਾਂ ਦੀ ਵੀ ਸੱਦੀ ਹੈ, ਜ਼ਿਲ੍ਹੇ ਜਥੇਦਾਰਾਂ ਦੀ ਵੀ ਸੱਦੀ ਹੈ। 11 ਵਜੇ ਜ਼ਿਲ੍ਹੇ ਜਥੇਦਾਰਾਂ ਦੀ ਸੱਦੀ ਹੈ, 1 ਵਜੇ ਹਲਕਾ ਇੰਚਾਰਜਾਂ ਦੀ ਸੱਦੀ ਹੈ। ਦੋਨੇ ਮੀਟਿੰਗਾਂ ਸੱਦੀਆਂ ਨੇ। ਇਹੀ ਰਹਿ ਹੀ ਹੈ ਝੁੰਦਾ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਉਹਦੀ ਰਹਿ ਹੀ ਹੈ, ਗਾਹਾਂ ਦੀ ਗਾਹਾਂ ਵਰਕਰਾਂ ਦੀ ਰਾਏ ਲੈ ਕੇ, ਕਿਉਂਕਿ ਥੱਲੇ ਫੋਰਮ ਤਾਂ ਥੱਲੇ ਤੱਕ ਹੈ ਨਾ, ਕੱਲੀ ਕੋਰ ਕਮੇਟੀ ਤਾਂ ਸਭ ਕੁਝ ਨਹੀਂ ਨਾ ਹੈਗਾ। ਥੱਲੇ ਜ਼ਿਲ੍ਹਾ ਜਥੇਦਾਰ ਵੀ ਸਾਡੇ ਬਹੁਤ ਕੰਮ ਕਰਦੇ ਨੇ, ਉਹਨਾਂ ਦੀ ਵੀ ਰਾਏ ਲੈਣੀ ਜ਼ਰੂਰੀ ਹੈ। ਜਿਹੜਾ ਹਲਕਾ ਇੰਚਾਰਜ ਆ ਉਹਨਾਂ ਦੀ ਰਾਏ ਲੈਣੀ ਵੀ ਜ਼ਰੂਰੀ ਹੈ। ਸੋ ਸਾਰਿਆਂ ਦੀ ਪਾਰਟੀ ਰਾਏ ਲੈ ਰਹੀ ਹੈ, ਫਿਰ ਜਿਹਦੇ ਤੇ ਸੰਮਤੀ ਬਣ ਗਈ ਉਹ ਸਾਰੀਆਂ ਲਾਗੂ ਹੋ ਜਾਣਗੀਆਂ। ਕੱਲ੍ਹ ਵਾਲੀ ਮੀਟਿੰਗ ਨੂੰ ਕਿਵੇਂ ਦੇਖਦੇ ਹੋ? ਆਖਰੀ ਸਵਾਲ ਹੈ। ਕੱਲ ਪਰਸੋਂ ਯੈਸਟਰਡੇ ਪਰਸੋਂ ਹੀ ਆ ਮੀਟਿੰਗਾਂ, ਕੱਲ ਤਾਂ ਕੋਈ ਮੀਟਿੰਗ ਨਹੀਂ ਹੈਗੀ। ਜਗਮੀਤ ਸਿੰਘ ਬਰਾੜ ਇਆਲੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਹੋਈ, ਯਾਰ ਉਹ ਬੈਠ ਕੇ ਉਹਨਾਂ ਨੇ ਕਿਤੇ ਚਾਹ ਪੀ ਲਈ ਕਿਸੇ ਦੇ ਘਰੇ, ਉਧਰ ਗਏ ਸੀਗੇ, ਗੁਰੂ ਕੇ ਬਾਗ ਸੀਗਾ ਆਪਣਾ, ਮਨਾ ਰਹੇ ਸੀ ਆਪਾਂ 100 ਸਾਲਾ, ਉੱਥੋਂ ਕੁਝ ਬੰਦੇ ਤਾਂ ਉੱਥੋਂ ਆਏ ਸੀ, ਉੱਥੇ ਇਕੱਠੇ ਹੋ ਗਏ, ਤੇ ਫਿਰ ਕੀ ਹੋ ਗਿਆ ਜੇ ਬੈਠ ਕੇ ਚਾਹ ਪੀ ਕੇ ਗੱਲਾਂ ਬਾਤਾਂ ਮਾਰ ਲਈਆਂ, ਉਹਦੇ 'ਚ ਕੀ ਗਲਤ ਆ? ਤੁਸੀਂ ਮੈਨੂੰ ਸੁਣਾ ਵਿਖਾ ਦੇ ਵੀ ਕੀ ਕਿਤੇ ਕਿਹਾ ਕਿਸੇ ਨੇ ਵੀ ਅਸੀਂ ਅਕਾਲੀ ਦਲ ਤੋੜਾਂਗੇ, ਜਾਂ ਕਿਹਾ ਕਿਤੇ ਵੀ ਸੁਖਬੀਰ ਸਿੰਘ ਬਾਦਲ ਤੋਂ ਅਸੀਂ ਅਸਤੀਫਾ ਮੰਗਦੇ ਹਾਂ? ਉਹਨਾਂ ਨੇ ਇਹੀ ਕਿਹਾ ਅਸੀਂ ਅਕਾਲੀ ਦਲ ਮਜ਼ਬੂਤ ਕਰਨਾ ਹੈ, ਅਸੀਂ ਇਕੱਠੇ ਹੋਏ ਜੀ ਅਕਾਲੀ ਦਲ ਨਾਲ। ਤੇ ਫਿਰ ਇਹਦੇ 'ਚ ਕੀ ਹੈਗਾ? ਫਿਰ ਕੋਈ ਮੈਨੂੰ ਤਾਂ ਕੋਈ ਗੱਲ ਲੱਗਦੀ ਨਹੀਂ, ਇਹਦੇ 'ਚ ਕੋਈ ਗੱਲ ਹੈਗੀ ਹੈ। ਤੁਸੀਂ ਪਤਾ ਨਹੀਂ ਪ੍ਰੈਸ ਵਾਲੇ ਕਿਉਂ ਇਹਨੂੰ ਜ਼ਿਆਦਾ ਹਾਈਲਾਈਟ ਕਰਦੇ ਆ। ਅਕਾਲੀ ਦਲ ਯੂਨਾਈਟ ਹੈ, ਬਿਲਕੁਲ ਜਨਾਈਟ ਹੈ, ਕੋਈ ਦੋ ਰਹਿ ਨਹੀਂ, ਸਾਰਾ ਟੋਟਲ ਦਾ ਟੋਟਲ ਜਨਾਈਟ ਹੈ, ਜਨਾਈਟ ਹੀ ਰਹੇਗਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਜੀ ਤੁਹਾਡਾ ਹੀ ਮਿਹਰਬਾਨੀ, ਜੀ ਆਇਆਂ ਨੂੰ ਜੀ। ਇਹ ਸੀਗੇ ਸਿਕੰਦਰ ਸਿੰਘ ਮਲੂਕਾ, ਕਹਿ ਰਹੇ ਨੇ ਅਕਾਲੀ ਦਲ ਯੂਨਾਈਟ ਹੈ, ਅਕਾਲੀ ਦਲ ਯੂਨਾਈਟ ਰਹੂਗਾ, ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ, ਤੇ 80% ਜਿਹੜੀਆਂ ਸਿਫਾਰਿਸ਼ਾਂ ਨੇ ਮੰਨੀਆਂ ਜਾ ਰਹੀਆਂ ਨੇ ਝੁੰਦਾ ਕਮੇਟੀ ਦੀ ਰਿਪੋਰਟ ਦੀਆਂ, ਪਰ ਜਿਹੜੀਆਂ ਰਹਿੰਦੀਆਂ 20% ਨੇ ਉਸ ਦੇ ਉੱਤੇ ਵੀ ਵਿਚਾਰ ਜਿਹੜੀ ਆ ਕੀਤੀ ਜਾਊਗੀ। ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਸੱਦੀ ਗਈ ਹੈ, ਕਹਿ ਰਹੇ ਨੇ ਕਿ ਸਟਰੋਂਗ ਕਰਨ ਦੇ ਲਈ ਪਾਰਟੀ ਨੂੰ ਤਤਪਰ ਹੈ, ਪਰ ਜਿਹੜੀ ਅਨੁਸ਼ਾਸਨੀ ਕਮੇਟੀ ਬਣਾਈ ਗਈ ਹੈ ਉਹ ਕਿਸੇ ਖਿਲਾਫ ਕਾਰਵਾਈ ਕਰਨ ਦੇ ਲਈ ਹਲੇ ਨਹੀਂ ਬਣਾਈ ਗਈ। ਜਦੋਂ ਸ਼ਿਕਾਇਤ ਆਊਗੀ ਤਾਂ ਫਿਰ ਕਾਰਵਾਈਆਂ ਹੋਣਗੀਆਂ ਵੀ, ਪਰ ਪਹਿਲਾਂ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਕਾਲੀ ਦਲ ਵੱਡਾ ਇੱਕ ਪਰਿਵਾਰ ਜਾਂ ਬਾਦਲ ਪਰਿਵਾਰ ਵੱਡਾ ਨਹੀਂਗਾ, ਸਗੋਂ ਅਕਾਲੀ ਦਲ ਨੂੰ ਅਸੀਂ ਸਟਰੋਂਗ ਕਰ ਰਹੇ ਹਾਂ। ਕੈਮਰਾਮੈਨ ਗੁਰਸ਼ਰਨ ਚੀਮਾ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।